ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਦ ਸਿੰਘ ਜੀ ਔਰ ਸਰਦਾਰ ਜਗਤਾਰ ਸਿੰਘ ਜੀ। ਮੈਂ ਜੀ ਆਇਆਂ ਆਖਦਾ। ਥੈਂਕ ਯੂ ਜੀ, ਸ਼ੁਕਰੀਆ ਜੀ। ਮੰਜਰ ਸਿੰਘ ਕਿਸਾਨ ਭਵਨ ਦਾ ਔਰ ਬਲਬੀਰ ਸਿੰਘ ਰਾਜੇਵਾਲ ਵੱਲੋਂ ਸੱਦੀ ਗਈ ਮੀਟਿੰਗ ਦਾ ਦ੍ਰਿਸ਼ ਸੀ। ਸਪੀਕਰ ਵਿਧਾਨ ਸਭਾ ਦੇ ਬਹੁਤ ਵੱਡੇ ਸਵਾਲ ਖੜੇ ਕਰ ਦਿੰਦੇ ਨੇ ਸਾਰੇ ਸਿਆਸਤਦਾਨਾਂ ਵੱਲ। ਹੁਣ ਭਾਵੇਂ ਉਹ ਵਿਅਕਤੀਗਤ ਰੂਪ 'ਚ ਉੱਥੇ ਗਏ ਸੀ, ਪਰ ਜਿਹੜੇ ਉਹਨਾਂ ਦੇ ਸਵਾਲ ਹੈ ਉਹ ਵਿਅਕਤੀਗਤ ਨਹੀਂ ਹੈ, ਉਹ ਸੰਸਥਾਗਤ ਨੇ ਔਰ ਉਹਨਾਂ ਦੇ ਉੱਤੇ ਜਾਂਦੇ ਆ। ਦੂਜਾ ਸਵਾਲ, ਅਕਾਲੀ ਦਲ ਨੇ ਇੱਕ ਵਾਰੀ ਫਿਰ ਖੜਾ ਪੈਦਾ ਕਰ ਲਿਆ। ਜਿੱਥੇ ਉਹਨਾਂ ਦੀ ਲੋੜ ਸੀ ਉੱਥੇ ਉਹ ਨਹੀਂ ਪਹੁੰਚੇ। ਭਾਰਤੀ ਜਨਤਾ ਪਾਰਟੀ ਵੀ ਇਸ ਮੌਕੇ ਨੂੰ ਗਵਾ ਗਈ। ਲੇਕਿਨ ਕਾਂਗਰਸੀਆਂ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਬੋਲ ਕਾਫੀ ਬਿਹਤਰ ਸੀਗੇ, ਲੇਕਿਨ ਉੱਥੇ ਵੀ ਥੋੜੀ ਜੀ ਆਪਾ ਵਿਰੋਧ ਨਜ਼ਰ ਆਇਆ, ਜਿਹਨੂੰ ਸਾਬਕਾ ਖੇਤੀ ਮੰਤਰੀ ਨੇ ਦਰੁਸਤ ਕੀਤਾ। ਤੇ ਜੇ ਅੱਗੇ ਚੱਲਾਂਗੇ ਤੇ ਭਗਵੰਤ ਮਾਨ ਸਾਹਿਬ ਜਲੰਧਰ 'ਚ ਸੀਗੇ, ਜਿੱਥੋਂ ਉਹਨਾਂ ਨੇ ਰਾਜਾ ਵੜਿੰਗ ਨੂੰ ਘੇਰ ਲਿਆ। ਲੋਕਾਂ ਦੇ ਸਾਹ ਸਕਾਉਣੇ ਸਾਡੇ ਮੁੱਖ ਮੰਤਰੀ ਚੰਗੀ ਤਰ੍ਹਾਂ ਜਾਣਦੇ ਆ, ਪਰ ਭਾਸ਼ਣ ਕਿਉਂ, ਕਾਰਵਾਈ ਕਿਉਂ ਨਹੀਂ ਕਰਦੇ? ਉਹਨਾਂ ਦੇ ਕੋਲ ਡੀਜੀਪੀ ਸਾਹਿਬ ਬੈਠੇ ਹੁੰਦੇ ਆ। ਜਦੋਂ ਫਾਈਲਾਂ ਦੇਖਦੇ ਹੋ ਕਹਿੰਦੇ ਕਦੇ ਕਦੇ ਡੀਜੀ ਸਾਹਿਬ ਵੀ ਬੈਠੇ ਹੁੰਦੇ ਆ, ਤਾਂ ਡੀਜੀ ਸਾਹਿਬ ਕਾਰਵਾਈ ਕਰਦੇ ਆ ਕਰਨ ਤੇ ਇੱਥੇ ਆ ਕੇ ਬਾਹਰ ਮੁੱਖ ਮੰਤਰੀ ਸਾਹਿਬ ਦੱਸ ਦਿਆ ਕਰਨ। ਲੇਕਿਨ ਇੱਕ ਹੋਰ ਸਵਾਲ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿਹੜੇ ਇੰਸਪੈਕਟਰ ਭਰਤੀ ਕੀਤੇ ਉਹਨਾਂ ਤੇ ਰੌਲਾ ਪਾਇਆ ਹੋਇਆ ਸੀ, ਕਾਸ਼ ਜੇ ਇਹ ਰੌਲੇ ਵੱਧ ਕੇ ਯੂਪੀਐਸਸੀ ਤੱਕ ਪਹੁੰਚਦੇ ਵੀ ਸਾਡੇ ਪੁਲਿਸ ਕਪਤਾਨ ਕਿੰਨੇ ਪੰਜਾਬੀ ਨੇ, ਸਾਡੇ ਕੋਲ ਕਿੰਨੇ ਡੀਸੀ ਪੰਜਾਬੀ ਨੇ, ਸਾਡੇ ਆਈਐਸ ਤੇ ਆਈਪੀਐਸ ਕਿੰਨੇ ਪੰਜਾਬੀ ਆਉਂਦੇ ਹਰ ਸਾਲ। ਇਹਨਾਂ ਮਾਮਲਿਆਂ ਤੇ ਖਾਮੋਸ਼ੀ ਤੰਗ ਕਰਦੀ ਹੈ। ਸਾਰੇ ਮਾਮਲੇ ਤੋਰਦੇ ਆ। ਸਭ ਤੋਂ ਪਹਿਲਾਂ ਚੱਲਦੇ ਆ ਸਰਦਾਰ ਹਮੀਰ ਸਿੰਘ ਜੀ, ਸਿਰਫ ਤੇ ਸਿਰਫ ਇਹ ਸਮਝਾ ਦਿਓ ਕਿ ਕਿਸਾਨ ਭਵਨ ਦੇ ਵਿੱਚ ਸਰਬ ਪਾਰਟੀ ਮੀਟਿੰਗ ਦਾ ਹਾਲ ਕੀ ਸੀ? ਕਿੰਨੇ ਕੁ ਲੋਕ ਆਏ, ਕਿੰਨੇ ਕੁ ਲੋਕਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ, ਕਿੰਨੇ ਕੁ ਭਾਵ ਪੂਰਤ ਸੀ, ਕਿੰਨੇ ਕੁ ਖਾਨਾ ਪੂਰਤੀ ਕਰ ਗਏ? ਗੱਲ ਤੋਰਿਓ ਜ਼ਰਾ। ਇਹ ਮੀਟਿੰਗ ਸੱਦੀ ਸੀ 4 ਮੁੱਦਿਆਂ ਦੇ ਉੱਤੇ। ਇੱਕ ਤਾਂ ਪਾਣੀਆਂ ਦਾ ਮੁੱਦਾ, ਦੂਸਰਾ ਮੁੱਦਾ ਸੀਗਾ ਜਿਹੜਾ ਕਿਸਾਨੀ ਦੇ ਕਰਜ਼ੇ ਦਾ ਮੁੱਦਾ, ਤੀਸਰਾ ਚੰਡੀਗੜ੍ਹ ਦਾ ਮੁੱਦਾ ਫੈਡਰਲਿਜ਼ਮ ਨਾਲ ਜੋੜ ਕੇ, ਖਾਸ ਤੌਰ ਤੇ ਚੰਡੀਗੜ੍ਹ ਤੇ ਕਿਉਂ ਨਹੀਂ ਸਟੈਂਡ ਲੈ ਰਹੀਆਂ ਸਾਡੀਆਂ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ, ਤੇ ਚੌਥਾ এনवायरमेंट ਦਾ ਮੁੱਦਾ। ਉਹ ਕਹਿੰਦੇ ਸੀ ਇਹ ਚਾਰਾਂ ਤੇ ਫੋਕਸ ਕਰਕੇ ਅਸੀਂ ਮੋਰਚਾ ਲਾਉਣਾ ਚਾਹੁੰਦੇ ਹਾਂ, ਪਰ ਅਸੀਂ ਪੋਲੀਟੀਕਲ ਅਪਰੋਚ ਦੇਖਣਾ ਚਾਹੁੰਦੇ ਹਾਂ ਪਾਰਟੀਆਂ ਦੀ ਕਿ ਉਹ ਸਾਡੇ ਉਹਦੇ ਨਾਲ ਸਹਿਮਤ ਨੇ ਐਜ ਏ ਪੰਜਾਬ ਕਿ ਨਹੀਂ। ਉਹਨਾਂ ਦਾ ਇਹ ਕਹਿਣਾ ਸੀ ਸਭ ਦੀ ਹਾਜ਼ਰੀ 'ਚ ਰਾਜੇਵਾਲ ਦਾ ਕਿ ਮੈਂ ਕੱਲੇ-ਕੱਲੇ ਬੰਦੇ ਨੂੰ, ਲੀਡਰ ਨੂੰ ਜਾ ਕੇ ਮਿਲਿਆ ਔਰ ਸਭ ਨੇ ਜੈਸ ਕੀਤੀ ਹੈ ਕਿ ਅਸੀਂ ਆਵਾਂਗੇ ਜ਼ਰੂਰ, ਇਹ ਤਾਂ ਮੁੱਦੇ ਠੀਕ ਹੈ, ਸਾਨੂੰ ਸਾਂਝੇ ਪੰਜਾਬ ਦੇ ਵਿੱਚ ਉਹ ਹੋਣੇ ਚਾਹੀਦੇ ਨੇ। ਤੇ ਬਾਹਰ ਗੇਟ ਦੇ ਉੱਤੇ ਪੂਰੇ ਸਵਾਗਤ ਲਈ ਇੱਕ ਬੰਦੇ ਖੜਾਏ ਗਏ ਲਗਾਤਾਰ, ਤੇ ਉਹ 12:30 ਤੱਕ ਉਡੀਕ ਡੂਕ ਕੇ ਅੰਦਰ ਆਏ ਬੰਦੇ। 11 ਵਜੇ ਦਾ ਟਾਈਮ ਸੀ। ਖੈਰੇ ਹੋਣੀ ਆਏ 11:35 ਤੇ ਇੱਕ ਚਾਰ ਮੈਂਬਰੀ ਜਥਾ ਕਾਂਗਰਸ ਚੋਂ, ਕੇਵਲ ਇੱਕ ਰਣਦੀਪ ਸਿੰਘ ਨਾਭਾ ਬੀਂਗ ਐਗਰੀਕਲਚਰ ਮਿਨਿਸਟਰ ਸਾਬਕਾ 3 ਮਹੀਨੇ ਰਹੇ ਉਹ ਜਦੋਂ ਚੰਨੀ ਦੀ ਸਰਕਾਰ ਸੀ। ਔਰ ਖੈਰਾ ਉਹ ਕਹਿੰਦੇ ਨੇ ਉਸ ਹੈਸੀਅਤ ਦੇ ਵਿੱਚ ਜਿਵੇਂ ਆਲ ਇੰਡੀਆ ਕਾਂਗਰਸ ਕਮੇਟੀ ਨੇ ਉਹਨਾਂ ਨੂੰ ਕਿਸਾਨ ਬਿੰਦ ਦਾ ਜਿਹੜਾ ਬਣਾਇਆ ਹੋਇਆ ਇੱਕ ਚੇਅਰਮੈਨ ਵਗੈਰਾ, ਤੇ 2 ਨਾਲ ਜਗਦੇਵ ਸਿੰਘ ਕਮਾਲੂ ਤੇ ਨਾਜਰ ਸਿੰਘ ਮਾਨਸਾਈਆ। ਸਪੀਕਰ ਸਾਹਿਬ 1 ਵਜੇ ਆਏ ਤੇ ਉਦੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਉਡੀਕ ਰਹੀ। ਬਾਰ-ਬਾਰ ਇਹ ਕਹਿੰਦੇ ਰਹੇ ਕਿ ਉਹ ਕਹਿੰਦੇ ਤਾਂ ਹੈਗੇ ਆਵਾਂਗੇ, ਪਰ ਆਇਆ ਕੋਈ ਨਹੀਂ ਹੈ। ਇਹ ਹੁਣ ਬਾਅਦ ਦੀ ਗੱਲ ਹੈ ਕਿ ਅਜੇ ਉਹ ਆਏ ਕਿਉਂ ਨਹੀਂ, ਕੀ ਰੀਜਨ ਹੈ ਉਹਨਾਂ ਦਾ। ਜਾਂ ਤਾਂ ਇੱਕੋ ਹੀ ਗੱਲ ਹੈ ਜਿਹੜੀ ਉੱਥੇ ਵਿਚਾਰੀ ਗਈ ਓਵਰਆਲ ਕਿ ਇਹ ਮੁੱਦੇ ਇਹੋ ਜਿਹੇ ਨੇ ਤੇ ਇਹਦੇ 'ਚ ਹਰ ਪਾਰਟੀ ਦੀ ਕਮਜ਼ੋਰੀ ਕਿਤੇ ਨਾ ਕਿਤੇ ਹੈਗੀ ਹੈ। ਖਾਸ ਤੌਰ ਤੇ ਪਾਣੀਆਂ, ਚੰਡੀਗੜ੍ਹ ਦੇ ਜਿਹੜੇ ਇਹੋ ਜਿਹੇ ਮੁੱਦੇ ਨੇ ਨਾ, ਉਹਨਾਂ ਦੇ ਜਿਹੜੇ ਸਟੈਂਡ ਨੇ ਪਿਛੋਕੜ 'ਚ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਗੱਲ ਹੈ। ਪਰ ਨਾਰਮਲੀ ਇਹ ਕਹਿੰਦੇ ਅਸੀਂ ਇਹ ਕਲੀਅਰ ਕਰਕੇ ਆਏ ਹਾਂ ਵੀ ਕਿਸੇ ਨੂੰ ਕਟਹਿਰੇ 'ਚ ਖੜਾਉਣਾ ਨਹੀਂ। ਅਸੀਂ ਕਹਿਣਾ ਪਿਛਲੇ ਕੀ ਕੀਤਾ ਉਹ ਛੱਡੋ, ਹੁਣ ਆਪਾਂ ਕੀ ਮਿਲ ਕੇ ਕੋਈ ਗੱਲ ਕਰ ਸਕਦੇ ਹਾਂ, ਕੋਈ ਪੋਲੀਟੀਕਲੀ ਅਪਰੋਚ ਉਸ ਲੈਵਲ ਦੀ ਗੱਲ ਤੇ ਕਰ ਸਕਦੇ ਹਾਂ। ਉਹ ਨਹੀਂ। ਉਸੇ ਸਮੇਂ ਦੌਰਾਨ ਫਿਰ ਸਪੀਕਰ ਸਾਹਿਬ ਨੇ ਬਲਕਿ ਇਹ ਵੀ ਕਿਹਾ ਕਿ ਮੈਂ ਜਿਸ ਪੋਸਟ ਤੇ ਮੈਂ ਬੋਲ ਨਹੀਂ ਸਕਦਾ। ਉਹ ਕਹਿੰਦੇ ਨੇ ਵੀ ਵੈਸੇ ਬੋਲੋ, ਚਲੋ ਜੋ ਵੀ ਆ, ਆਮ ਆਦਮੀ ਪਾਰਟੀ ਵੱਲੋਂ ਜਾਂ ਨਿੱਜੀ ਤੌਰ ਦੇ ਉੱਤੇ ਉਹ ਪਾਰਟੀ ਵੱਲੋਂ ਨਹੀਂ ਬੋਲੇ। ਤੇ ਉਹਨਾਂ ਨੇ ਪਰਸਨਲੀ ਇਹ ਕਿਹਾ ਵੀ ਆਹ ਜਿਹੜੇ ਜਿਸ ਲੈਵਲ ਦੀ ਸੀਰੀਅਸ ਮੁੱਦੇ ਤੇ ਸੀਰੀਅਸ ਡਿਬੇਟ ਇੱਥੇ ਚੱਲ ਰਹੀ ਹੈ, ਇਸ ਡਿਬੇਟ ਦੇ ਵਿੱਚ ਇਹੋ ਜਿਹੀ ਡਿਬੇਟ ਅਸੈਂਬਲੀ ਦੇ ਵਿੱਚ ਹੋਣੀ ਚਾਹੀਦੀ ਹੈ, ਐਕਚੁਅਲੀ ਪਾਰਲੀਮੈਂਟਾਂ 'ਚ ਹੋਣੀ ਚਾਹੀਦੀ ਹੈ। ਪਰ ਅਸੈਂਬਲੀ 'ਚ ਤਾਂ 1.5 ਮਿੰਟ 'ਚ ਬਿੱਲ ਪਾਸ ਹੋ ਜਾਂਦਾ ਤੇ ਕੋਈ ਬੋਲਦਾ ਹੀ ਨਹੀਂ ਹੈ, ਮਤਲਬ ਉਸ ਪੱਧਰ ਦੇ ਉੱਤੇ। ਹੁਣ ਇਹ ਜ਼ਿੰਮੇਵਾਰੀ ਵੀ ਉਹਨਾਂ ਦੀ ਲਾਤੀ, ਕਿਉਂਕਿ ਤੁਸੀਂ ਵੋਟਰ ਹੋ। ਇਸ ਕਰਕੇ ਇਹ ਵੀ ਕਰਿਆ ਕਰੋ, ਆਪੋ ਆਪਣੇ ਐਮਐਲਏ ਨੂੰ ਇਹ ਪੁੱਛੋ ਵੀ ਫਲਾਣੇ ਬਿੱਲ ਤੇ ਤੂੰ ਕੀ ਬੋਲਿਆ ਸੀ, ਕਿੰਨਾ ਸਮਾਂ ਬੋਲਿਆ ਸੀ, ਫਲਾਣੇ ਮਾਮਲੇ 'ਚ ਤੇਰੀ ਕਿੰਨੀ ਕੁ ਬੋਲਣ ਦੀ ਉਹ ਹੈ। ਹੁਣ ਕੱਲਾ ਐਮਐਲਏ ਦਾ ਰੋਲ ਇਹਦੇ 'ਚ ਹੈ ਕਿ ਨਹੀਂ, ਕਿੰਨਾ ਬੋਲਦੇ ਨੇ ਕਿੰਨੇ ਨਹੀਂ। ਇੱਕ ਗੱਲ ਤਾਂ ਸਭ ਨੂੰ ਦਿਖਾਈ ਦਿੰਦਾ ਕਿ ਵਿਧਾਨ ਸਭਾ ਤੇ ਪਾਰਲੀਮੈਂਟ ਦੇ ਸੈਸ਼ਨ ਕਿਵੇਂ ਛੋਟੇ ਹੋ ਰਹੇ ਨੇ, ਕਿਵੇਂ ਕੇਵਲ ਨਾਂ ਦੇ ਹੋ ਰਹੇ ਨੇ। ਸਾਰੇ ਕਿਤੇ ਇਹ ਦਿਖਾਈ ਦੇ ਰਿਹਾ ਓਵਰਆਲ ਕਿ 90 ਦਿਨ ਚੱਲਣੇ ਚਾਹੀਦੇ ਨੇ ਘੱਟੋ ਘੱਟ, ਤੇ 90 ਦਿਨ ਤਾਂ ਕੀ ਹੁਣ 12-14 ਦਿਨਾਂ ਦੇ ਵਿੱਚ ਹੀ ਪੂਰੇ ਸਾਲ 'ਚ ਨਿਪਟ ਜਾਂਦੀਆਂ ਨੇ ਵਿਧਾਨ ਸਭਾਵਾਂ। ਇੱਕ ਤਾਂ ਟਾਈਮ
ਔਰ ਉਹਦੇ ਪਿੱਛੇ ਮੇਰਾ ਖਿਆਲ ਇੱਕ ਕਾਰਨ ਇਹ ਵੀ ਜ਼ਰੂਰ ਰਿਹਾ ਹੋਊਗਾ ਕਿ ਜਿੱਥੇ ਪਾਰਟੀ ਜਿਹੜੀ ਸੱਤਾ 'ਚ ਹੁੰਦੀ ਹੈ ਉਹ ਲੰਮਾ ਸਮਾਂ ਦੇਣ ਲਈ ਤਿਆਰ ਨਹੀਂ ਹੈ, ਵਿਧਾਇਕ ਟ੍ਰੇਨਡ ਵੀ ਨਹੀਂ ਹੁੰਦੇ ਉਹਦੇ 'ਚ, ਜਦੋਂ ਤੁਹਾਡੇ ਕੋਲ ਟਾਈਮ ਹੀ ਨਹੀਂ ਤਾਂ ਬੋਲਣਗੇ ਕਾਹਦੇ ਤੇ? 2-4 ਆਪਦੇ ਬੰਦੇ ਬੁਲਾਏ ਤੇ ਚਲੋ ਜੀ ਕੰਮ ਕੱਢਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਉਹਨਾਂ ਦੀ ਟ੍ਰੇਨਿੰਗ ਦਾ ਕੋਈ ਬੰਦੋਬਸਤ ਉਸ ਪੱਧਰ ਦਾ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਉਹਨਾਂ ਅਸੈਂਬਲੀਆਂ ਦੇ ਵਿੱਚ ਹੀ ਜੇਕਰ ਇੰਨਾ ਟਾਈਮ ਲਗਾਤਾਰ ਘਟ ਜਾਊਗਾ, ਹਰ ਪਾਰਟੀ ਜਦੋਂ ਵਿਰੋਧੀ ਧਿਰ ਦੀ ਸਰਕਾਰ ਆਉਂਦੀ ਹੈ ਉਦੋਂ ਕਹਿੰਦੀ ਹੈ ਟਾਈਮ ਜ਼ਿਆਦਾ ਦਿਓ, ਪਰ ਜਦ ਉਹਦੀ ਆਪਣੀ ਸਰਕਾਰ ਆਉਂਦੀ ਹੈ ਤੇ ਉਦੋਂ ਹੀ ਘਟਾਉਣਾ ਸ਼ੁਰੂ ਕਰ ਦਿੰਦੀ ਹੈ ਉਹ ਟਾਈਮ ਟੈਨਿਓਰ, ਕਿ ਸਾਡਾ ਤਾਂ ਹੁਣ ਇੰਨਾ ਕਿ 2-2 ਦਿਨ ਦੇ ਸੈਸ਼ਨ ਹੋਣ ਲੱਗੇ, 1.5-1.5 3-3 ਦਿਨ ਦੇ ਸੈਸ਼ਨ ਹੁੰਦੇ ਨੇ। ਇਸ ਕਰਕੇ ਇੱਕ ਤਾਂ ਸੈਸ਼ਨਾਂ ਦਾ ਸਵਾਲ ਵੀ, ਉਹ ਸ਼ਾਇਦ ਐਮਐਲਏ ਦਾ ਕੁਐਸਚਨ ਨਹੀਂ ਹੈ, ਉਹ ਪੂਰੇ ਮੈਨੇਜਮੈਂਟ ਗਵਰਨਮੈਂਟਾਂ ਦੇ ਐਟੀਟਿਊਡ ਦਾ ਸਵਾਲ ਹੈ, ਵਿਧਾਨ ਸਭਾਵਾਂ ਤੇ ਪਾਰਲੀਮੈਂਟ ਕਿਵੇਂ ਚੱਲਣੀ ਹੈ। ਹਾਂ, ਅੱਗੇ ਐਮਐਲਏ ਦਾ ਵੀ ਸਵਾਲ ਹੈ, ਕਿੰਨੇ ਕੁ ਐਮਐਲਏ ਪੜ੍ਹ ਲਿਖ ਕੇ ਜਾਂਦੇ ਨੇ, ਉਹ ਪੁਰਾਣੀਆਂ ਬਹਿਸਾਂ ਪੜ੍ਹਦੇ ਨੇ ਕਿ ਨਹੀਂ? ਤੁਸੀਂ ਦੇਖੋ ਕਿਸ ਮਾਈਨਿਊਟਲੀ ਕਿਵੇਂ ਇੱਕ ਇਸ਼ੂ ਤੇ ਲੋਕ ਗੱਲ ਕਰਦੇ ਸੀ, ਜਾ ਕੇ ਪੜ੍ਹ ਲਿਖ ਕੇ ਜਾ ਕੇ ਉੱਥੇ ਗੱਲਾਂ। ਔਰ ਅੱਜ ਕੱਲ ਜੇ ਕੋਈ ਬੋਲਣ ਵੀ ਲੱਗਦਾ ਹੈ ਉਹਨੂੰ ਸੁਣਨ ਲਈ ਤਿਆਰ ਨਹੀਂ, ਸੁਣਨ ਲਈ ਇਸ ਲਈ ਤਿਆਰ ਨਹੀਂ ਕਿਉਂਕਿ ਉਹਦੇ ਕੋਲ ਉਸ ਮੁੱਦੇ ਨਾਲ ਸੰਬੰਧਿਤ ਕੋਈ ਗੱਲ ਨਹੀਂ ਹੁੰਦੀ, ਜਾਂ ਵਿਰੋਧੀ ਧਿਰ ਨੂੰ ਭੰਡਣਾ ਹੈ, ਆਪਣੇ ਪੱਖ 'ਚ ਗੱਲ ਕਰਨੀ ਹੈ। ਕੋਈ ਮੁੱਦੇ ਤੇ ਟੈਕਨੀਕਲੀ ਉਹ ਗੱਲ ਕਰਨ ਦਾ ਰਿਵਾਜ ਵੀ ਘਟ ਗਿਆ, ਓਵਰਆਲ ਸਕਿੱਲ ਵੀ ਘਟ ਰਹੀ ਹੈ, ਜਿਹੜੀ ਇੰਟੈਲੈਕਟ ਦੀ ਸਕਿੱਲ ਹੈ ਜਿਹੜੀ। ਔਰ ਵਿਧਾਨ ਸਭਾ ਦੇ ਸਪੀਕਰ ਦਾ ਇਹ ਕਹਿਣਾ ਪੂਰੇ ਮਾਹੌਲ ਦੇ ਵਿੱਚ ਕਿ 1 ਮਿੰਟ 'ਚ 1.5 ਮਿੰਟ 'ਚ, ਪਹਿਲਾਂ ਤਾਂ ਆਮ ਲੋਕ ਕਹਿੰਦੇ ਸੀ ਵੀ 1-1.5 ਮਿੰਟ 'ਚ ਬਿੱਲ ਪਾਸ ਹੋ ਜਾਂਦਾ ਹੈ, ਤਾਂ ਜਦੋਂ ਸਪੀਕਰ ਸਾਹਿਬ ਵੀ ਮੰਨ ਰਹੇ ਹੋਣ ਤਾਂ ਅਸੈਂਬਲੀ ਨੂੰ ਆਪਣੇ ਅੰਦਰ ਝਾਤੀ ਆਪੇ ਮਾਰਨੀ ਚਾਹੀਦੀ ਹੈ, ਤੇ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਤੇ ਲੋਕਾਂ ਨੂੰ ਵੀ ਚੁਣੇ ਹੋਏ ਨੁਮਾਇੰਦਿਆਂ ਕੋਲ ਕੱਲੇ ਆ ਛੋਟੇ-ਮੋਟੇ ਕੰਮਾਂ ਨੂੰ ਨਹੀਂ ਜਾਣਾ ਚਾਹੀਦਾ, ਉਹਨਾਂ ਨੂੰ ਇਹ ਵੀ ਪੁੱਛਣਾ ਚਾਹੀਦਾ ਵੀ ਅਸੈਂਬਲੀ 'ਚ ਤੇਰੀ ਕਾਰਗੁਜ਼ਾਰੀ ਕੀ ਹੈ, ਤੂੰ ਸਾਡੇ ਹਲਕੇ ਦੇ ਤੇ ਪੰਜਾਬ ਦੇ ਕਿਹੜੇ ਮੁੱਦੇ ਉਠਾਏ, ਕਿੰਨਾ ਉਹਦੇ 'ਚ ਬੋਲੇ, ਕੀ ਉਹਦਾ ਰਿਜ਼ਲਟ ਹੈ, ਕੀ ਉਹਦੇ 'ਚ ਹਿਸਾਬ ਕਿਤਾਬ ਸਾਡੇ ਸਾਹਮਣੇ ਆਇਆ। ਇਹ ਸੱਦਾ ਹੀ ਸੀ ਇੱਕ ਲੈਵਲ ਦਾ ਸਪੀਕਰ ਸਾਹਿਬ ਦਾ ਕਿ ਤੁਸੀਂ ਐਮਐਲਏ ਨਾਲ ਵੀ ਮਿਲ ਕੇ ਉਹਨਾਂ ਨੂੰ ਵੀ ਗਾਈਡ ਕਰਿਆ ਕਰੋ, ਕਿਉਂਕਿ ਤੁਹਾਡੇ ਕੋਲ ਮੁੱਦੇ ਬਹੁਤ ਹੁੰਦੇ ਨੇ। ਕਿਸਾਨਾਂ ਨੂੰ ਇਹ ਕਿਹਾ, ਹੁਣ ਜੇ ਐਮਐਲਏ ਦਾ ਮੁੱਦਾ ਵੀ ਕਿਸਾਨ ਨੇ ਲੈਣਾ, ਮਜ਼ਦੂਰ ਨੇ, ਫਲਾਣੇ ਨੇ, ਤਾਂ ਐਮਐਲਏ ਐਡੇ ਲੋਕਾਂ ਦਾ ਚੁਣਿਆ ਨੁਮਾਇੰਦਾ ਉਹ ਤਾਂ ਉਦੋਂ ਬੌਧਿਕ ਤੌਰ ਤੇ ਜ਼ਿਆਦਾ ਸક્ષਮ, ਜ਼ਿਆਦਾ ਕਾਮਯਾਬ ਤੇ ਸਮਰੱਥ ਹੋਣਾ ਚਾਹੀਦਾ। ਇੱਕ ਤਾਂ ਇਹ ਗੱਲ ਉਸ ਲੈਵਲ ਤੇ ਦੇਖੀ ਗਈ, ਤੇ ਦੂਜੀ ਗੱਲ ਉੱਥੇ ਫਿਰ ਇੱਕ ਸਾਰਿਆਂ ਨੇ ਰਲ ਕੇ ਇੱਕ ਹੋਰ ਫੈਸਲਾ ਕੀਤਾ ਕਿ ਮੁੱਦਾ, ਕਿਉਂਕਿ ਪੰਜਾਬ ਦਾ ਮੁੱਦਾ ਹੈ ਓਵਰਆਲ, ਇੱਕ ਮੌਕਾ ਹੋਰ ਦਿਓ। ਨਾਲ ਰਣਦੀਪ ਨਾਭਾ ਦਾ ਇਹ ਪ੍ਰਪੋਜ਼ਲ ਸੀ ਇਹਨਾਂ ਨੂੰ ਕਿ ਅਸੀਂ ਵੀ ਮਿਲਦੇ ਰਹਿੰਦੇ ਆ, ਪਾਰਟੀ ਚਾਹੇ ਕੋਈ ਵੀ ਹੋਵੇ, ਅਸੀਂ ਵੀ ਕੋਸ਼ਿਸ਼ ਕਰਾਂਗੇ, ਉਹਨਾਂ ਨੂੰ ਬੁਲਾਵਾਂਗੇ, ਤੁਸੀਂ ਇੱਕ ਵਾਰ ਹੋਰ ਸੱਦਾ ਦਿਓ। ਅਗਲੇ ਦਿਨਾਂ ਦੇ ਵਿੱਚ ਇੱਕ ਵਾਰ, ਹੁਣ ਪਤਾ ਨਹੀਂ ਦੂਜੀ ਪਾਰਟੀ ਦੇ ਸੱਦੇ ਤੇ ਆ ਜਾਣਗੇ ਕਿ ਨਹੀਂ, ਜਦੋਂ ਹੁਣ ਇੱਕ ਨਿਊਟਰਲ ਧਿਰ ਦੇ ਸੱਦੇ ਤੇ ਨਹੀਂ ਆ ਰਹੇ ਤਾਂ ਦੂਜੀ ਪਾਰਟੀ ਦੇ ਕਹੇ ਤੇ ਉਸ ਮੀਟਿੰਗ ਦੇ ਵਿੱਚ ਆਉਣਗੇ ਕਿ ਨਹੀਂ। ਔਰ ਨਾਲ ਰਾਜਪਾਲ ਨੇ 2 ਵਾਰ ਇਹ ਗੱਲ ਪ੍ਰਚਾਰੀ ਕਿ ਇੱਕ ਪਾਰਟੀ ਦੇ ਲੀਡਰ ਨੇ ਤਾਂ ਇਹ ਕਿਹਾ ਮੈਂ ਆਉਣਾ ਚਾਹੁੰਦਾ, ਨਾਲ ਕਾਸਟ ਦੀ ਵੀ ਗੱਲ ਕੀਤੀ, ਮੈਂ ਜੱਟਾਂ ਦੇ ਘਰ ਜੰਮਿਆ, ਪਰ ਮੇਰੀ ਪਾਰਟੀ ਦੀਆਂ ਚੀਕਾਂ ਨਿਕਲ ਜਾਣਗੀਆਂ ਜੇ ਮੈਂ ਆ ਗਿਆ, ਇਸ ਲਈ। ਇਹਦਾ ਮਤਲਬ ਉਦੋਂ ਇਹ ਸੱਦੇ 'ਚ ਹੀ ਉਹਨੂੰ ਇਹ ਨਜ਼ਰ ਆ ਰਿਹਾ ਸੀ ਮੈਂ ਨਹੀਂ ਜਾਣਾ, ਹੈ ਨਾ। ਇਹ ਤਾਂ ਗੱਲ ਇਹੀ ਹੁੰਦੀ ਹੈ ਨਾ ਵੀ ਜੇ ਮੈਂ ਆਇਆ ਤੇ ਮੇਰੀ ਇਹੋ ਜਿਹੀਆਂ ਕਿਹੜੀਆਂ ਪਾਰਟੀਆਂ ਨੇ ਜਿਹਦੇ ਜਾਣ ਨਾਲ ਇਹ ਹੋ ਜਾਊਗਾ। ਜਦੋਂ ਪੰਜਾਬ ਦੀ ਉਹ ਗੱਲ ਕਰਨੀ, ਉੱਥੇ ਕਿਹੜਾ ਵੋਟਾਂ ਪਵਾ ਕੇ ਇੱਕ ਦੂਜੇ ਨੂੰ ਆਉਣੀਆਂ ਨੇ, ਜਾਂ ਸਰਕਾਰ ਤੋੜਨ ਜਾਂ ਸਰਕਾਰ ਰੱਖਣ ਜਾਣਾ ਕਿਸੇ ਨਾ ਕਿਸੇ ਰੂਪ 'ਚ। ਉਹਦੇ ਤੋਂ ਪਾਰਟੀਆਂ ਦੇ ਕਬਜ਼ੇ ਦੀ ਵੀ ਤਾਂ ਇੱਕ ਗੱਲ ਸਮਝ ਆਉਂਦੀ ਹੈ ਕਿ ਤੁਸੀਂ ਸਟੇਟ ਯੂਨਿਟਾਂ ਨੂੰ ਇੰਡੀਪੈਂਡੈਂਟਲੀ ਆਪਣੀ ਗੱਲ ਕਹਿਣ ਦਾ ਵੀ ਮੌਕਾ ਦੇ ਰਹੇ ਹੋ ਜਾਂ ਨਹੀਂ ਦੇ ਰਹੇ। ਜੇ ਗੱਲ ਕਹਿਣ ਤੋਂ ਵੀ ਡਰ ਲੱਗਦਾ ਕਿ ਉੱਪਰੋਂ ਖਿਚਾਈ ਹੋ ਜਾਏਗੀ ਜਾਂ ਆਲੇ ਦੁਆਲੇ ਪ੍ਰਧਾਨ ਜੀ ਨਾਰਾਜ਼ ਹੋ ਜਾਣਗੇ, ਕਿਸੇ ਦਾ ਕੋਈ ਦੂਜਾ ਨਾਰਾਜ਼ ਹੋ ਜੂ, ਫਿਰ ਅਸੀਂ ਕਿਹੋ ਜਿਹੀ ਪੋਲਿਟਿਕਸ ਕਰ ਰਹੇ ਹਾਂ ਪੰਜਾਬ ਦੇ ਹਿੱਤ ਦੇ ਵਿੱਚ। ਤੇ ਉਦੋਂ ਅਗਲੀ ਗੱਲ ਉੱਥੇ ਕਿ ਡਿਸਕਸ ਹੋਈ ਕਿ ਇਹ ਮੁੱਦਾ ਨਾ ਕਾਨੂੰਨ ਦਾ ਤੇ ਨਾ ਇਹ ਜਥੇਬੰਦੀਆਂ ਦਾ, ਅਸਲ 'ਚ ਇਹ ਮੁੱਦੇ ਪੰਜਾਬ ਦੇ ਨੇ, ਪੋਲੀਟੀਕਲ ਧਿਰਾਂ ਦੇ ਮੁੱਦੇ ਸੀ ਜਿਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਉਠਾ ਰਹੀਆਂ ਨੇ। ਫੈਡਰਲਿਜ਼ਮ ਦਾ ਮੁੱਦਾ ਹੁਣ ਕੱਲਾ ਕਿਸਾਨਾਂ ਦਾ ਥੋੜੀ ਮੁੱਦਾ ਹੈ ਕਿ ਉਹ ਜਾ ਕੇ ਕਰਨਗੇ, ਚੰਡੀਗੜ੍ਹ ਪੰਜਾਬ ਨੂੰ ਮਿਲੇ, ਕਿਸਾਨਾਂ ਦਾ ਕਿਵੇਂ ਮੁੱਦਾ? ਇਹ ਪੋਲੀਟੀਕਲ ਮੁੱਦੇ ਨੇ ਨਾ, ਜਿਹੜੇ ਪੋਲੀਟੀਕਲ ਧਿਰ ਨੇ ਉਠਾਉਣੇ ਸੀਗੇ, ਤੇ ਜਿਹੜੇ ਉਹ ਨਹੀਂ ਉਠਾ ਰਹੀਆਂ। ਤੇ ਜੇ ਕੋਈ ਤੁਹਾਨੂੰ ਇਹਨਾਂ ਤੇ ਸੱਦਾ ਦਿੰਦਾ ਤੁਸੀਂ ਤੇ ਜਾ ਵੀ ਨਹੀਂ ਰਹੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ, ਬੀਜੇਪੀ ਨੂੰ ਵੀ, ਅੰਦਰ ਜਿਹੜੇ ਨਹੀਂ ਗਏ ਉਹਨਾਂ ਨੂੰ ਝਾਤ ਮਾਰਨੀ ਚਾਹੀਦੀ ਹੈ, ਆਮ ਆਦਮੀ ਪਾਰਟੀ ਨੂੰ ਵੀ। ਜੇ ਸਪੀਕਰ ਸਾਹਿਬ ਕਹਿੰਦੇ ਨੇ ਮੈਂ ਨਿੱਜੀ ਹੈਸੀਅਤ 'ਚ ਐਜ ਸਪੀਕਰ ਉਹ ਆਇਆ ਨਿੱਜੀ ਹੈਸੀਅਤ 'ਚ, ਤਾਂ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਕਿਉਂ ਨਹੀਂ ਆਇਆ? ਤੇ ਐਜ ਏ ਪਾਰਟੀ ਜਿਹੜਾ ਗੱਲ ਕਰੇ ਮੇਰੀ ਪਾਰਟੀ ਦਾ ਸਟੈਂਡ ਹੈ, ਮੈਂ ਇਹਦੇ ਨਾਲ ਰਹੂੰਗਾ ਜਾਂ ਉਸ ਲੈਵਲ ਦੇ ਉੱਤੇ। ਅੱਜ ਕਾਂਗਰਸ ਦੇ ਉੱਥੇ 2 ਗੱਲਾਂ ਨਜ਼ਰ ਆਈਆਂ। ਸੁਖਪਾਲ ਖਹਿਰਾ ਨੇ ਇਹੀ ਕਿਹਾ ਮੇਰੀ ਪਾਰਟੀ ਦੀ ਮੈਂ ਜ਼ਿੰਮੇਵਾਰੀ ਤਾਂ ਪੂਰੀ ਨਹੀਂ ਲੈਂਦਾ, ਪਰ ਮੈਂ ਜਿੰਨਾ ਚੁੱਕਾ ਹਾਂ ਜਾਂ ਮੇਰੇ ਸਾਥੀ ਅਸੀਂ ਤੁਹਾਡੇ ਨਾਲ ਰਹਾਂਗੇ। ਉਹਨੂੰ ਕਰੈਕਟ ਥੋੜਾ ਜਿਹਾ ਫਿਰ ਰਣਦੀਪ ਨਾਭਾ ਨੇ ਇਹ ਕੀਤਾ ਵੀ ਅਸੀਂ ਤਾਂ ਹੀ ਆਇਆ, ਪਾਰਟੀ ਹੀ ਸਾਡੇ ਪਿੱਛੇ ਹੈ, ਅਸੀਂ ਸਾਡੀ ਪਾਰਟੀ ਵੀ ਤੁਹਾਡੇ ਨਾਲ ਖੜੂਗੀ। ਉਹਨੂੰ ਥੋੜਾ ਜਿਹਾ ਪੈਸੀਫਾਈ ਕਰਨ ਦੀ ਟਰਾਈ ਕੀਤੀ। ਮਤਲਬ ਪਾਰਟੀਆਂ ਦੇ ਵਿੱਚ ਵੀ ਉਹ ਇੱਕ ਸੁਰਤਾ ਜਾਂ ਉਹ ਵਿਸ਼ਵਾਸ ਕਿ ਜੇ ਅਸੀਂ ਇੱਥੇ ਕਹਿ ਕੇ ਵਾਗੇ ਪਾਰਟੀ ਸਾਡੇ ਨਾਲ ਸਟੈਂਡ ਕਰੇਗੀ,
ਇਹ ਵੀ ਬਹੁਤ ਬੜੇ ਕੁਐਸਚਨ ਅਜੇ ਹੈਗੇ ਨੇ ਸਾਡੀ ਪੋਲੀਟੀਕਲ ਧਿਰ ਤੇ। ਦੋ ਸਵਾਲ ਜਿਹੜੇ ਸਰਦਾਰ ਹਰਮੀਤ ਸਿੰਘ ਜੀ ਨੇ ਖੜੇ ਕੀਤੇ ਆ ਸਰਦਾਰ ਜਗਤਾਰ ਸਿੰਘ ਜੀ, ਇੱਕ ਤਾਂ ਅਹਿਮ ਸਵਾਲ ਕਿ ਜਿਹੜਾ ਸ਼ਬਦ ਚਿੱਤਰ ਤੇ ਰੇਖਾ ਚਿੱਤਰ ਰਾਜੇਵਾਲ ਸਾਹਿਬ ਨੇ ਬਣਾਇਆ ਇੱਕ ਸਿਆਸੀ ਪਾਰਟੀ ਦੇ ਆਗੂ ਵੱਲੋਂ, ਉਹ ਤਾਂ ਮੈਨੂੰ ਭਾਰਤੀ ਜਨਤਾ ਪਾਰਟੀ ਤੇ ਜਾਖੜ ਸਾਹਿਬ ਲੱਗ ਰਿਹਾ, ਤੇ ਮੈਨੂੰ ਹੁਣ ਪਤਾ ਨਹੀਂ, ਮੈਂ ਗਲਤ ਵੀ ਹੋ ਸਕਦਾ। ਦੂਜੇ ਬੰਨੇ ਜਿਹੜੀ ਗੱਲ ਸਪੀਕਰ ਸਾਹਿਬ ਦੀ ਹੈ, ਜਿਹੜਾ ਕੰਮ ਮੁੱਖ ਮੰਤਰੀ ਨੇ ਜਾਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਜਾਂ ਪਾਰਟੀ ਦੇ ਪ੍ਰਧਾਨ ਨੇ ਕਰਨਾ ਸੀ, ਉਹ ਸਪੀਕਰ ਸਾਹਿਬ ਕਰ ਰਹੇ। ਮੈਨੂੰ ਲੱਗਦਾ ਸਿਆਸਤ ਜਿਹੜੀ ਮੁੱਖ ਮੰਤਰੀ ਦੇ ਜਿੰਮੇ ਤੇ ਪਾਰਟੀ ਪ੍ਰਧਾਨ ਦੇ ਜਿੰਮੇ ਸੀ, ਉਹ ਸਪੀਕਰ ਸਾਹਿਬ ਕਰ ਰਹੇ, ਜਿਨ੍ਹਾਂ ਨੂੰ ਸਿਆਸਤ ਕਰਨ ਲਈ ਮਨਾਹੀ ਹੋ ਜਾਂਦੀ ਹੈ। ਬੰਦੇ ਐਡਜਸਟ ਕੀਤੇ ਜਾਂਦੇ। ਜਦੋਂ ਸਰਦਾਰ ਵੀਰ ਦਵਿੰਦਰ ਸਿੰਘ ਨੂੰ ਡਿਪਟੀ ਸਪੀਕਰ ਲਾਇਆ ਸੀ, ਕਹਿੰਦੇ ਲਓ ਜੀ ਇੱਕ ਬੋਲਣ ਵਾਲੇ ਦੀ ਜ਼ੁਬਾਨ ਬੰਦੀ ਕੀਤੀ ਇਹਨਾਂ ਨੇ। ਤੇ ਇਸੇ ਤਰ੍ਹਾਂ ਮੈਨੂੰ ਲੱਗਦਾ ਵੀ ਜਿੱਦਾਂ ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਇਸ਼ੂਜ਼ ਦੇ ਉੱਤੇ ਕੁਲਤਾਰ ਸਿੰਘ ਸੰਧਵਾਂ ਲੱਗੇ ਹੋਏ ਆ, ਬਤੌਰ ਸਪੀਕਰ ਵੀ ਲੱਗੇ ਹੋਏ ਆ, ਤਾਂ ਮੈਨੂੰ ਇਹ ਪਾਰਟੀ ਦੇ ਵਿੱਚ ਦੋ ਧਿਰੀ ਲੀਡਰਸ਼ਿਪ ਲੱਗਦੀ ਹੈ। ਹੁਣ ਵੇਖਣ ਵਾਲੀ ਗੱਲ ਆ ਕਿ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਤੋਂ ਬਾਅਦ ਇੱਕ ਹੀ ਹੋਰ ਮਾਸ ਲੀਡਰ ਲੱਗਦਾ, ਜਾਂ ਮਾਸ ਲੀਡਰ ਵਜੋਂ ਅਮਰਜ ਹੋ ਰਿਹਾ, ਉਹ ਕੁਲਤਾਰ ਸਿੰਘ ਸੰਧਵਾਂ। ਇਹ ਦੋ ਗੱਲਾਂ। ਤੇ ਤੀਜੀ ਗੱਲ ਸਰਦਾਰ ਜਗਤਾਰ ਸਿੰਘ ਜੀ, ਕਿ ਅਕਾਲੀਆਂ ਦੇ ਮੁੱਦੇ ਸੀ ਦਰਅਸਲ ਫੈਡਰਲ ਢਾਂਚੇ ਵਾਲਾ ਵੀ, ਕਿਸਾਨੀ ਵਾਲਾ ਵੀ, ਪਾਣੀਆਂ ਵਾਲਾ ਵੀ, ਇਹ ਸਾਰੇ ਅਕਾਲੀ ਦਲ ਦੇ ਮੁੱਦੇ ਸੀ। ਉਹਨਾਂ ਦੀ ਤਾਂ ਵੈਸੇ ਜ਼ਿਆਦਾ ਅਲਰਜੀ ਰਾਜੇਵਾਲ ਸਾਹਿਬ ਨਾਲ ਹੈ ਵੀ ਨਹੀਂ ਸੀ, ਭਗਵੰਤ ਮਾਨ ਦੀ ਹੋ ਸਕਦੀ ਆ। ਕੇਜਰੀਵਾਲ ਸਾਹਿਬ ਨੂੰ ਕਾਫੀ ਬੁਰਾ ਭਲਾ ਕਿਹਾ ਸੀ ਟਿਕਟਾਂ ਟੁਕਟਾਂ ਵਾਲੇ ਮਾਮਲਿਆਂ 'ਚ ਰਾਜੇਵਾਲ ਨੇ, ਉਹਨਾਂ ਦੀ ਤਾਂ ਹੋ ਸਕਦੀ। ਇਹ ਅਕਾਲੀਆਂ ਨਾਲ ਤਾਂ ਉਹ ਕਾਫੀ ਠੀਕ ਠਾਕ ਹੀ ਚੱਲੇ। ਉਹਨਾਂ ਨੂੰ ਅਲਰਜੀ ਜੀ ਕਿਉਂ ਸੀ? ਉਹਨਾਂ ਨੂੰ ਆਉਣਾ ਚਾਹੀਦਾ ਸੀ, ਨਿੱਠ ਕੇ ਇਹ ਮੁੱਦਿਆਂ ਦੇ ਉੱਤੇ ਗੱਲ ਕਰਨੀ ਚਾਹੀਦੀ ਸੀ। ਉਹ ਗੈਰ ਹਾਜ਼ਰ ਕਿਉਂ ਹੋ ਗਏ? ਇਹ ਇਨ ਟੋਟੈਲਿਟੀ ਜਰਾ ਦੇਖਿਓ ਸਾਰਾ ਕੁਝ। ਦੇਖੋ, ਪਹਿਲੀ ਗੱਲ ਤਾਂ ਹੈ ਕਿ ਜਿਹੜੇ ਇਹ ਮੁੱਦੇ ਇਸ ਫੋਰਮ ਤੇ ਡਿਸਕਸ ਹੋਏ ਹੈ, ਇਹ ਹੈਲਦੀ ਡਿਬੇਟ ਕੰਟੀਨਿਊ ਰਹਿਣੀ ਚਾਹੀਦੀ ਹੈ। ਪੰਜਾਬ ਦੇ ਇਸ਼ੂਜ਼ ਬੇਸਿਕਸ ਹੈਗੇ ਆ ਕੁਛ, ਤੇ ਹੁਣ ਜਿਵੇਂ এনवायरमेंट ਤੇ ਪਾਣੀਆਂ ਦਾ ਮੁੱਦਾ ਹੈ ਪੰਜਾਬ ਦੇ, ਇਹ ਫਿਊਚਰ ਦਾ ਸਵਾਲ ਹੈ। ਮੈਂ ਕਹਿੰਦਾ ਚਲੋ ਚੰਡੀਗੜ੍ਹ ਇਗਨੋਰ ਤਾਂ ਨਹੀਂ ਕੀਤਾ ਜਾ ਸਕਦਾ, ਪੰਜਾਬ ਦਾ ਇਸ਼ੂ ਹੈਗਾ, ਫੈਡਰਲਿਜ਼ਮ ਇਸ਼ੂ ਹੈਗੇ ਆ, ਲੇਕਿਨ ਇਮੀਡੀਏਟ ਕੰਸਰਨ ਪੰਜਾਬ ਦੇ ਜਿਹੜੇ ਹੈਗੇ ਆ ਉਹ ਬਹੁਤ ਵੱਡੇ ਆ। ਇਹ ਗੱਲ ਸਿਰਫ ਕਿਸਾਨੀ ਦੀ ਨਹੀਂ ਹੈ, ਇਹ ਆਪਾਂ ਕਿਸਾਨੀ ਤੇ ਸ਼ਹਿਰੀ ਜਦੋਂ ਅਲੱਗ ਕਰਕੇ ਦੇਖਦੇ ਆ ਨਾ, ਉੱਥੇ ਗੜਬੜ ਹੋ ਜਾਂਦੀ ਹੈ। এনवायरमेंट ਸਾਰੀ ਸਟੇਟ ਦਾ ਇਸ਼ੂ ਹੈ, ਕੱਲੇ এনवायरमेंट ਨੇ ਕੱਲੇ ਪਿੰਡ ਇਫੈਕਟ ਨਹੀਂ ਕਰਨੇ। ਜੇ ਪਾਣੀ ਪੋਲਿਊਟ ਹੁੰਦਾ ਹੈ ਨਾ, ਤੇ ਸਾਰਾ ਪੰਜਾਬ ਵੀ ਉਹਦਾ ਸਫਰ ਕਰਦਾ। ਹੁਣ ਪਿਛਲੇ 4-5 ਸਾਲ ਤੋਂ ਖਬਰਾਂ ਆਉਂਦੀਆਂ ਰਹੀਆਂ ਕਿ ਈਵਨ ਮਾਵਾਂ ਦਾ ਦੁੱਧ ਹੈ ਜਿਹੜਾ ਉਹ ਟੈਸਟ ਕਰਾਇਆ ਗਿਆ, ਉਹਨਾਂ 'ਚ ਕਿਤੇ ਗੜਬੜਾਈ ਵੀ ਹੈ, ਮੱਝਾਂ ਦੇ ਦੁੱਧ ਦੇ ਵਿੱਚ ਗੜਬੜਾਈ ਵੀ ਹੈ। ਜਦੋਂ ਇਸ ਲੈਵਲ ਤੇ ਪੋਲਿਊਸ਼ਨ ਪਹੁੰਚ ਜਾਏ, ਉਹ ਬਹੁਤ ਵੱਡਾ ਇਸ਼ੂ ਬਣ ਜਾਂਦਾ। ਪਰ ਅਸੀਂ ਹਜੇ ਪੂਰੀ ਤਰ੍ਹਾਂ ਉਹਦੇ ਬਾਰੇ ਅਵੇਅਰ ਨਹੀਂ। ਇਸ ਕਰਕੇ ਮੈਂ ਕਿਹਾ ਕਿ ਜਦੋਂ ਇਹੋ ਜਿਹੇ ਪਲੇਟਫਾਰਮ ਇਹ ਇਸ਼ੂ ਟੇਕਅਪ ਕਰਦੇ ਆ ਤਾਂ ਬਹੁਤ ਵਧੀਆ ਗੱਲ ਹੈ, ਇਹ ਕੰਟੀਨਿਊ ਹੋਣੀ ਚਾਹੀਦੀ ਹੈ। ਜਿੱਥੋਂ ਤੱਕ ਗੱਲ ਹੈਗੀ ਹੈ ਆਪ ਦੇ, ਤੁਸੀਂ ਗੱਲ ਕੀਤੀ ਵੀ ਲੀਡਰਸ਼ਿਪ ਆਪ ਦੀ, ਸਪੀਕਰ ਸਾਹਿਬ ਇੰਟਰਸਟ ਜ਼ਿਆਦਾ ਲੈਂਦੇ ਆ, ਇਹ ਸ਼ੁਰੂ ਤੋਂ ਹੀ ਮੈਨੂੰ ਲੱਗ ਰਿਹਾ। ਮੈਂ ਕਿਉਂਕਿ ਆਪਣਾ ਇਸ਼ੂ ਅੱਜ ਆਮ ਆਦਮੀ ਪਾਰਟੀ ਦੀ ਅੰਦਰ ਦੀ ਸਿਆਸਤ ਨਹੀਂ ਹੈ, ਮੈਂ ਫੋਕਸ ਜ਼ਿਆਦਾ ਰੱਖੂੰਗਾ ਇਹਨਾਂ ਇਸ਼ੂਜ਼ ਤੇ। ਮੇਰੇ ਵਾਸਤੇ ਉਹ ਜ਼ਿਆਦਾ ਇੰਪੋਰਟੈਂਟ ਹੈਗੇ। ਲੇਕਿਨ ਹੁਣ ਤੁਸੀਂ ਇਸ਼ੂ ਰੇਜ਼ ਕੀਤਾ, ਆਪਾਂ ਧਿਆਨ ਕਰੀਏ ਜਦੋਂ ਇਹ ਬਰਗਾੜੀ ਦਾ ਇਸ਼ੂ ਸੀਗਾ ਤੇ 23 ਤੋਂ ਕੁਲਤਾਰ ਸਿੰਘ ਸੰਧਵਾਂ ਨੇ ਬਹੁਤ ਭਾਵੁਕ ਹੋ ਕੇ ਕਿਹਾ ਸੀਗਾ ਕਿ 3 ਮਹੀਨੇ ਬਾਅਦ ਸਪੀਚ ਕੀਤੀ ਸੀ ਇਹਨਾਂ ਨੇ ਕਿ 3 ਮਹੀਨੇ ਬਾਅਦ ਮੈਂ ਵੀ ਤੁਹਾਡੇ ਨਾਲ ਬੈਠਾ ਹੋਊਂਗਾ। ਬੜੀ ਇਮੋਸ਼ਨਲ ਅਪਰੋਚ ਸੀਗੀ। ਉਹ ਲੱਗ ਰਿਹਾ ਸੀ ਕਿ ਹੀ ਇਜ਼ ਵੈਰੀ ਸਿੰਸੀਅਰ ਐਂਡ ਕਮਿਟਡ ਟੂ ਦੀ ਇਸ਼ੂ। ਤੇ 3 ਮਹੀਨੇ ਬਾਅਦ ਜਦੋਂ ਫਿਰ ਪੁੱਛਿਆ ਗਿਆ ਸੀਗਾ ਕਿ ਤੁਸੀਂ ਹੁਣ ਦੱਸੋ, ਤੇ ਥੋੜ੍ਹੇ ਜਿਹੇ ਟਾਲਾ ਵੱਟ ਗਏ ਸੀਗੇ। ਚਲੋ ਗੱਲ ਵੱਖਰੀ ਹੈ, ਲੇਕਿਨ ਐਕਟਿਵ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਪੋਜ਼ਿਟਿਵ ਸਾਈਨ ਹੈ। ਤੇ ਉਹਨਾਂ ਦੀ ਦਿਲਚਸਪੀ ਪੰਜਾਬ ਦੇ ਮਾਮਲੇ ਤੇ ਹੈਗੀ ਹੈ। ਤੇ ਮੋਰ ਦੈਨ ਇੱਕ ਜਿਹੜਾ ਸਿਆਸਤਦਾਨ ਹੁੰਦਾ ਹੈ, ਉਹ ਉਸ ਤਰ੍ਹਾਂ ਕਈ ਵਾਰੀ ਬਿਹੇਵ ਕਰਦੇ ਆ। ਤੇ ਆਪਣਾ ਇਮੇਜ ਬਿਲਡਿੰਗ ਠੀਕ ਹੈ, ਹਰ ਪੋਲੀਟੀਸ਼ੀਅਨ ਕਰਦਾ। ਮੇਰੇ ਖਿਆਲ ਉਹ ਕੌਨਸ਼ੀਅਸ ਵੀ ਹੈਗੇ ਕਿ ਆਪਣਾ ਇਮੇਜ ਕਿਵੇਂ ਇਹਦੇ ਲਾਗਰਨ ਬਣਾਉਣਾ। ਤੇ ਉਹਨਾਂ ਦੇ ਸਿੱਖ ਫੇਅਰ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਖਾਸੀ ਦਿਲਚਸਪੀ ਹੈਗੀ ਹੈ। ਚਲੋ ਅੱਜ ਉਹਨਾਂ ਨੇ ਕੱਲ ਜਿਹੜੀ ਕੀਤੀ ਹੈ ਅਸੈਂਬਲੀ ਵਾਲੀ, ਜਿਹੜੀ ਵੀਰ ਹੋਰਾਂ ਨੇ ਗੱਲ ਕੀਤੀ, ਇਹ ਲੈਵਲ ਬਹੁਤ ਲੋ ਜਾ ਚੁੱਕਿਆ ਹੈ। ਗੱਲ ਸਿਰਫ ਪੰਜਾਬ ਦੀ ਨਹੀਂ ਹੈ, ਪਾਰਲੀਮੈਂਟ ਦਾ ਤੁਸੀਂ ਲੈਵਲ ਦੇਖ ਲਓ, ਕੋਈ ਡਿਬੇਟ ਹੈਲਦੀ ਤੁਹਾਨੂੰ ਨਜ਼ਰ ਨਹੀਂ ਆਉਂਦੀ ਛੇਤੀ ਕੀਤਿਆਂ। ਚਲੋ ਆਪਾਂ ਪੰਜਾਬ ਤੇ ਫੋਕਸ ਕਰਦੇ ਹਾਂ।
ਆਪਾਂ ਪਾਰਲੀਮੈਂਟ ਦੀ ਗੱਲ ਤਾਂ ਕਰ ਨਹੀਂ ਰਹੇ। ਹਾਲਤ ਸਿਚੁਏਸ਼ਨ ਜਦੋਂ ਸਾਡੇ ਵਰਗੇ ਲੋਕ ਪ੍ਰੋਫੈਸ਼ਨ ਦੇ ਵਿੱਚ ਆਏ ਆ, ਉਦੋਂ ਜਿਹੜਾ ਬਜਟ ਸੈਸ਼ਨ ਹੁੰਦਾ ਸੀ ਆਲਮੋਸਟ ਮਹੀਨਾ ਚੱਲਦਾ ਹੁੰਦਾ ਸੀ ਜੀ। ਤੇ ਇੱਕ ਨਵੇਂ ਜਰਨਲਿਸਟ ਵਾਸਤੇ ਇੱਕ ਬਜਟ ਸੈਸ਼ਨ ਕਰਕੇ ਕਵਰ ਕਰਕੇ ਪੂਰਾ, ਤੇ ਪੰਜਾਬ ਦੇ ਜਿਹੜੇ ਇਸ਼ੂਜ਼ ਹੁੰਦੇ ਸੀ, ਪੰਜਾਬ ਦੀ ਸਿਆਸਤ ਹੁੰਦੀ ਸੀ, ਉਹਦੀ ਸਮਝ ਆ ਜਾਂਦੀ ਸੀ ਤੇ ਨਾਲ ਐਮਐਲਏ ਦੀ ਪਛਾਣ ਹੋ ਜਾਂਦੀ ਸੀ। ਇੱਕ ਸਮਾਂ ਅਲਟੀਮੇਟਲੀ ਐਸਾ ਆਇਆ ਕਿ ਬੰਦਾ 5 ਸਾਲ ਐਮਐਲਏ ਰਹਿ ਗਿਆ ਤੇ ਜਰਨਲਿਸਟ ਨੂੰ ਪਛਾਣ ਨਹੀਂ ਹੁੰਦੀ। ਹੁਣ ਉਹ ਪੀਰੀਅਡ ਹੈ, ਇਹ ਕਾਫੀ ਦੇਰ ਤੋਂ, ਪਿਛਲੇ 15-20 ਸਾਲ ਤੋਂ ਸ਼ੁਰੂ, 15 ਸਾਲ ਤੋਂ ਸ਼ੁਰੂ ਹੋਇਆ ਪਿਆ। ਉਹਦਾ ਕਾਰਨ ਹੈ ਤੁਹਾਡੇ ਐਮਐਲਏ ਆਊਟਪੁੱਟ ਕੋਈ ਨਹੀਂ। ਜੇ ਐਮਐਲਏ ਨੇ ਹੋਸਟ ਗੱਲ ਹੀ ਨਹੀਂ ਕਰਨੀ, ਕੋਈ ਕੰਟਰੀਬਿਊਟ ਹੀ ਨਹੀਂ ਕਰਨਾ, ਤੇ ਉਹ ਬੰਦਾ ਦਿਮਾਗ ਦੇ ਵਿੱਚ ਰਜਿਸਟਰ ਹੁੰਦਾ ਹੀ ਨਹੀਂ। ਪਹਿਲਾਂ ਇਹਨਾਂ ਦੀ ਬਕਾਇਦਾ ਟ੍ਰੇਨਿੰਗ ਹੋਇਆ ਕਰਦੀ ਸੀਗੀ, ਜਦੋਂ ਨਵਾਂ ਹਾਊਸ ਕੰਸਟੀਟਿਊਟ ਹੁੰਦਾ ਸੀਗਾ, ਬਕਾਇਦਾ ਅਸੈਂਬਲੀ ਵੱਲੋਂ ਟ੍ਰੇਨਿੰਗ ਹੁੰਦੀ ਸੀਗੀ। ਇੱਕ ਤਾਂ ਅਸੈਂਬਲੀ ਵੱਲੋਂ ਹੁੰਦੀ ਸੀਗੀ, ਫਿਰ ਪਾਰਟੀਆਂ ਦੇ ਕੁਝ ਸੀਨੀਅਰ ਲੀਡਰ ਆਪਣੇ ਪਾਰਟੀ ਦੇ ਐਮਐਲਏ ਨੂੰ ਟ੍ਰੇਨਿੰਗ ਦਿਆ ਕਰਦੇ ਸੀ ਤੇ ਖੁਦ ਉਹ ਹੋਮਵਰਕ ਕਰਕੇ ਆਉਂਦੇ ਸੀ। ਕਮਰਸ ਲੀਡਰਸ ਖਾਸ ਕਰਕੇ ਇਹਨਾਂ ਨੂੰ ਬਹੁਤ ਹੋਮਵਰਕ ਕਰਨ ਦੀ ਆਦਤ ਸੀ। ਮਸਲਨ ਕਾਬਲ ਸਤਪਾਲ ਡਾਂਗ ਬਕਾਇਦਾ ਦਫ਼ਤਰ ਉਹਨਾਂ ਦਾ ਕੰਮ ਕਰਦਾ ਸੀ, ਲੋਕਾਂ ਨਾਲ ਜੁੜੇ ਰਹਿੰਦੇ ਸੀਗੇ ਔਰ ਪੂਰੀ ਮਿਹਨਤ ਕਰਕੇ ਜਦੋਂ ਅਸੈਂਬਲੀ 'ਚ ਉੱਠਦੇ ਸੀਗੇ, ਸਪੀਕਰ ਦੀ ਹਿੰਮਤ ਨਹੀਂ ਸੀ ਹੁੰਦੀ ਕਹਿਣ ਦੀ ਕਿ ਤੁਹਾਡੇ ਕੋਲ ਸਮਾਂ ਇੰਨਾ ਕੀ ਹੈ। ਕੋਈ ਟੋਕਦਾ ਨਹੀਂ ਸੀਗਾ, ਜਿੰਨੀ ਦੇਰ ਮਰਜ਼ੀ ਬੋਲਣਾ ਹੋਵੇ। ਉਹ ਸਮਾਂ ਸੀ, ਸਪੀਚਾਂ ਥੋੜ੍ਹਾ ਵਾਲੀ ਆਉਂਦੇ ਸੀਗੀਆਂ। ਸੁਨੀਲ ਜਾਖੜ ਦੇ ਫਾਦਰ ਖੁਦ ਬਲਰਾਮ ਜਾਖੜ ਜਦੋਂ ਉੱਠਦੇ ਸੀ, ਬਹੁਤ ਵਧੀਆ ਸਪੀਚ ਹੁੰਦੀ ਸੀਗੀ। ਸੋ ਇਹ ਸਮਾਂ ਰਿਹਾ ਜਦੋਂ ਪੱਖਵੀ ਬਹਿਸ ਹੁੰਦੀ ਸੀ ਤੇ ਐਮਐਲਏ ਤਿਆਰੀ ਕਰਕੇ ਆਉਂਦੇ ਸੀਗੇ। ਹੁਣ ਉਹ ਤਿਆਰੀ ਵਾਲੀ ਗੱਲ ਹੈ ਨਹੀਂ ਗੀ। ਬਿੱਲ, ਪਹਿਲੀ ਗੱਲ ਤਾਂ ਟਾਈਮ ਸਿਰ ਐਮਐਲਏ ਨੂੰ ਸਰਕੂਲੇਟ ਹੀ ਨਹੀਂ ਹੁੰਦਾ। ਇਹ ਸ਼ਿਕਾਇਤਾਂ ਉਦੋਂ ਵੀ ਹੁੰਦੀਆਂ ਸੀਗੀਆਂ ਕਿ ਬਿੱਲ ਤਾਂ ਸਵੇਰੇ ਸਵੇਰੇ ਆਇਆ ਜੀ, ਅਸੀਂ ਪੜ੍ਹ ਕੇ ਤਿਆਰੀ ਕਰ ਹੀ ਨਹੀਂ ਸਕੇ। ਹੁਣ ਜਿਹੜਾ ਪ੍ਰੋਸੀਜਰ ਆਪਾਂ ਬਿੱਲ ਪਾਸ ਕਰਨ ਦਾ, ਉਹ ਤਾਂ ਟਾਈਮ ਲੱਗਦਾ ਹੈ, ਉਹਦੀ ਡਿਸਕਸ਼ਨ ਤੇ ਨਹੀਂ। ਲਾਸਟ ਬਿੱਲ ਮੈਨੂੰ ਯਾਦ ਆ ਜੀ, ਤੇ ਬਹਿਸ ਹੋਈ ਸੀਗੀ ਵਾਟਰ ਟਰਮੀਨੇਸ਼ਨ ਐਕਟ, ਉਹ ਤੇ ਲੋਕ ਬੋਲੇ ਸੀਗੇ। ਉਸ ਤੋਂ ਬਾਅਦ ਮੈਂ ਜਦ ਤੱਕ ਮੈਂ ਹਾਊਸ ਕਵਰ ਕੀਤਾ ਹੈ, ਹੁਣ ਤਾਂ ਚਲੋ ਮੈਨੂੰ ਵੀ ਹੋ ਗਏ 10-15 ਸਾਲ ਲੰਘ ਛੱਡੇ ਹੋਏ, ਲੇਕਿਨ ਉਸ ਵੇਲੇ ਤੱਕ ਲਾਸਟ ਬਿੱਲ ਜੇ ਕੋਈ ਮੇਰੇ ਦਿਮਾਗ 'ਚ ਹੈ ਜੀ ਤੇ ਬਹਿਸ ਹੋਈ ਹੈ ਤੇ ਉਹ ਸੀ। ਸੋ ਤਿਆਰੀ ਕਰਨੀ ਚਾਹੀਦੀ ਹੈ, ਪਿੱਛੇ ਬੈਕਅਪ ਹੋਵੇ ਤੇ ਫਿਰ ਉਹ ਐਮਐਲਏ ਕੰਟਰੀਬਿਊਟ ਕਰਨਗੇ। ਹੁਣ ਜਿੱਥੋਂ ਤੱਕ ਤੁਹਾਡੀ ਅੱਜ ਦੀ ਇਸ ਸੈਮੀਨਾਰ ਦੀ ਗੱਲ ਹੈਗੀ ਜੀ, ਕਿਸੇ ਪਾਰਟੀ ਦਾ ਆਉਣਾ ਨਾ ਆਉਣਾ ਉਹਨਾਂ ਦੀ ਆਪਣੀ ਮਰਜ਼ੀ ਹੈ। ਗੱਲ ਪੰਜਾਬ ਦੇ ਫਿਊਚਰ ਦੀ ਹੈ। ਕਦੇ ਇਹੀ ਲੋਕ ਕਿਸਾਨ ਅਕਾਲੀ ਦਲ ਦੀ ਬੈਕਬੋਨ ਸੀ, ਇਹੀ ਲੋਕ ਬੀਕੇਯੂ 'ਚ ਹੁੰਦੇ ਸੀਗੇ, ਇਹੀ ਲੋਕ ਅਕਾਲੀ ਦਲ 'ਚ ਹੁੰਦੇ ਸੀਗੇ। ਸੋ ਉਹ ਹੁਣ ਸਿਚੁਏਸ਼ਨ ਹੌਲੀ ਹੌਲੀ ਚੇਂਜ ਹੋ ਗਈ। ਇਸ ਕਰਕੇ ਮੈਨੂੰ ਲੱਗਦਾ ਜਿਹੜਾ ਪਾੜਾ ਹੈ ਉਹ ਵੱਧ ਗਿਆ। ਪਾਰਟੀ ਨੇ ਵੀ ਸਫਰ ਕੀਤਾ ਉਹਦੇ ਵਿੱਚ, ਲੇਕਿਨ ਜਦੋਂ ਗੱਲ ਇਸ਼ੂਜ਼ ਦੀ ਹੋਵੇ, ਉਹਦੇ ਸਿਆਸਤ ਨਹੀਂ ਹੋਣੀ ਚਾਹੀਦੀ। ਉਹ ਸਾਰੇ ਇਸ਼ੂ ਮੇਰੇ ਖਿਆਲ ਦੇ ਵਿੱਚ ਖੁੱਲ੍ਹ ਕੇ ਟੇਕਅਪ ਹੋਣੇ ਚਾਹੀਦੇ ਹੈ ਔਰ ਨਾਨ ਪਾਰਟੀ ਦੇ ਤਰੀਕੇ ਦੇ ਨਾਲ ਟੇਕਅਪ ਹੋਣੇ ਚਾਹੀਦੇ ਹੈ। ਇਹ ਪਿਛਲਾ ਭੁੱਲ ਜਾਓ ਵੀ ਕਿਹਨੇ ਕੀ ਗਲਤੀਆਂ ਕੀਤੀਆਂ। ਕੀ ਅਸੀਂ ਨਵੇਂ ਸਿਰੇ ਤੋਂ ਪੰਜਾਬ ਦਾ ਇਸ਼ੂ ਟੇਕਅਪ ਨਹੀਂ ਕਰ ਸਕਦੇ? ਗੱਲ ਪੰਜਾਬ ਦੇ ਫਿਊਚਰ ਦੀ ਹੈ ਔਰ ਜਦੋਂ ਪੰਜਾਬ ਦੇ ਫਿਊਚਰ ਦੀ ਗੱਲ ਹੋਵੇ, ਮੇਰੇ ਖਿਆਲ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜੀ। ਸਰਦਾਰ ਹਰਮੀਤ ਸਿੰਘ ਜੀ, ਵੈਸੇ ਤਾਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਹ ਜਿਹੜੇ ਮੰਚ ਤੇ ਮੌਕੇ ਹੁੰਦੇ ਆ, ਇਹ ਕਦੇ ਖੰਝਾਉਣੇ ਨਹੀਂ ਚਾਹੀਦੇ। ਲੋਕਾਂ ਦੇ ਵਿੱਚ ਆਪਣੀ ਭਰਵੀਂ ਹਾਜ਼ਰੀ ਉਹਨਾਂ ਧਿਰਾਂ ਨੂੰ ਜਿਹੜੀਆਂ ਸੱਤਾ ਸਟਰਗਲ 'ਚ ਲੱਗੀਆਂ ਹੋਣ, ਜਿਨ੍ਹਾਂ ਦੇ ਅੰਦਰੂਨੀ ਮਾਮਲਾਤ ਵੀ ਹੋਣ, ਉਹਨਾਂ ਲਈ ਤਾਂ ਇਹ ਆਕਸੀਜਨ ਵਾਂਗ ਹੁੰਦੇ ਕਿ ਅਸੀਂ ਸੁਹਿਰਦਾਂ ਤੇ ਸੁਹਿਰਦਤਾ ਦਿਖਾਉਣੀ ਵੀ ਚਾਹੀਦੀ ਹੈ। ਪਰ ਇੱਕੋ ਸਮੇਂ ਅਕਾਲੀ ਦਲ ਤੇ ਬੀਜੇਪੀ ਦਾ ਗੈਰ ਹਾਜ਼ਰੀ, ਕਈ ਵਾਰੀ ਇਸ ਤਰ੍ਹਾਂ ਦੀਆਂ ਕਨਸੋਆਂ, ਕਿਸੇ ਵੇਲੇ ਇਸ ਤਰ੍ਹਾਂ ਦੀਆਂ ਸਰਗੋਸ਼ੀਆਂ, ਇਹਨਾਂ ਨੂੰ ਹਵਾ ਵੀ ਮਿਲ ਜਾਂਦੀ ਆ ਕਿ ਹੁਣ ਲਗਭਗ ਤੈਅ ਹੋ ਰਹੇ ਆ ਪੈਂਡੇ ਦਾਈਏ ਕਿ ਕਿਵੇਂ ਅੱਗੇ ਵਧਣਾ। ਖੈਰ, ਮੈਂ ਅਗਲੇ ਮੁੱਦੇ ਤੇ ਜਾਊਂਗਾ। ਇਹ ਮੁੱਦਾ ਸਾਰੀਆਂ ਪਾਰਟੀਆਂ ਲਗਭਗ ਲੈ ਰਹੀਆਂ ਸੀਗੀਆਂ ਔਰ ਜਦੋਂ ਭਗਵੰਤ ਮਾਨ ਅੱਜ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇ ਰਹੇ ਸੀ, ਉਸ ਤੋਂ ਪਹਿਲਾਂ ਇਹ ਪੂਰਾ ਸ਼ੋਰ ਪੈ ਚੁੱਕਿਆ ਸੀਗਾ ਕਿ ਇਹਦੇ ਵਿੱਚੋਂ ਕਿੰਨੇ ਹਰਿਆਣੇ ਦੇ ਜਾਂ ਕਿੰਨੇ ਰਾਜਸਥਾਨ ਦੇ। ਪਹਿਲਾਂ ਤਾਂ ਇੱਕ ਸਭ ਤੋਂ ਜ਼ਿਆਦਾ ਅਹਿਮ ਰਿਹਾ ਕਿ ਮਾਨਸਾ ਨੂੰ ਜਿਹੜੇ ਅਲਾਟ ਹੋਏ ਆ ਨਾ, ਉਹਨਾਂ ਦੇ ਵਿੱਚੋਂ 7 ਚੋਂ 6 ਹਰਿਆਣੇ ਦੇ ਸੀ। ਸ਼ਾਇਦ ਉਹਨਾਂ ਨੂੰ ਨੇੜੇ ਵੀ ਉਹ ਏਰੀਆ ਪੈਂਦਾ ਹੈ। ਪੋਸਟਿੰਗ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ, ਲੇਕਿਨ ਇੱਥੇ ਲੱਗਣ ਲੱਗਿਆ ਸੀ ਜਿਵੇਂ 7 ਚੋਂ 6 ਬਾਹਰ ਹੀ ਹੋ ਗਏ। ਬੜੀ ਸਿਆਸਤ ਹੋਈ ਔਰ ਰਾਜਾ ਵੜਿੰਗ ਨੇ ਜਿਹੜੀ ਟਿੱਪਣੀ ਕੀਤੀ ਸੀ, ਉਹਨੂੰ ਆੜੇ ਹੱਥੀਂ ਲਿਆ ਮੁੱਖ ਮੰਤਰੀ ਨੇ
ਕਿ ਸਾਡੀ ਨਜ਼ਰ ਹੈਗੀ ਆ ਰਾਜਸਥਾਨ ਤੋਂ ਬਾਡੀਆਂ ਜਿਹੜੀਆਂ ਬਣਾਈਆਂ ਹੈਗੀਆਂ ਬੱਸਾਂ ਦੀਆਂ। ਇਹ ਸਾਰੇ ਦੇਸ਼ ਦੇ ਲੋਕ ਸਾਡੇ ਕੋਲੋਂ ਪੰਜਾਬ 'ਚੋਂ ਬਾਡੀ ਬਣਵਾਉਣ ਆਉਂਦੇ, ਤੁਹਾਨੂੰ ਰਾਜਸਥਾਨ 'ਚ ਬਾਡੀ ਮਿਲੀ ਜਾ ਕੇ ਉਹਦਾ ਅਰਥ ਅਸੀਂ ਸਮਝਦੇ ਆ, ਤੇ ਇਹਦੀ ਜਾਂਚ ਬੜੀ ਛੇਤੀ ਸਾਹਮਣੇ ਸਭ ਕੁਝ ਆਊਗਾ। ਇੱਕ ਤਾਂ ਮੁੱਖ ਮੰਤਰੀ ਅਜੇ ਵੀ ਉਹੀ ਲਹਿਜੇ 'ਚ ਚੱਲ ਰਿਹਾ ਕਿ ਜਿਵੇਂ ਵਿਰੋਧੀ ਧਿਰ ਦਾ ਆਗੂ ਨਾ ਭਾਸ਼ਣ ਦੇ ਕੇ ਸਾਰ ਲੈ, ਕਾਰਵਾਈ ਹੋਣੀ ਚਾਹੀਦੀ। ਦੂਜੀ ਗੱਲ, ਸਾਰੀਆਂ ਵਿਰੋਧੀ ਪਾਰਟੀਆਂ ਇਸ ਗੱਲ ਤੇ ਵੀ ਲਗਭਗ ਰੌਲਾ ਪਾ ਰਹੀਆਂ ਸੀਗੀਆਂ ਕਿ ਅਹਿਮ ਪੋਲੀਟੀਕਲ ਨਿਯੁਕਤੀਆਂ ਵੀ, ਜਿੱਦਾਂ ਰੇਰਾ ਦੀ ਗੱਲ ਸੀਗੀ, ਔਰ ਇਸੇ ਤਰ੍ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਦੀ ਗੱਲ ਹੈ। ਕੀ ਤੁਹਾਨੂੰ ਲੱਗਦਾ ਕਿ ਸਰਕਾਰ ਇਹੋ ਜਿਹੇ ਮੁੱਦਿਆਂ ਤੇ ਘਿਰ ਜਾਊਗੀ? ਇਹ ਮੁੱਦੇ ਲੈਣ ਵਾਲੇ ਹੈਗੇ ਵੀ ਆ ਕਿ ਨਹੀਂ ਜੀ? ਜਿਹੜਾ ਵੱਡਾ ਲਾਰਜਰ ਮੁੱਦਾ ਇਹ, ਉਹ ਤਾਂ ਸ਼ਬਦਾਵਲੀ ਕਿਹੋ ਜੀ ਹੈ, ਕਿਸੇ ਨਾਲ ਬੋਲਣਾ ਕੀ ਹੈ, ਉਹ ਤਾਂ ਨੀਵੇਂ ਪੱਧਰ ਦੀ ਸਾਰੇ ਪਾਸੇ ਹੀ ਆ ਰਹੀ ਹੈ ਜਿਹੋ ਜਿਹਾ ਹੈ। ਰਾਜੇ ਵੜਿੰਗ ਦਾ ਮਾਮਲਾ ਵੀ ਮੇਰੇ ਖਿਆਲ ਕਈ ਵਾਰ ਚੀਫ ਮਿਨਿਸਟਰ ਕਹਿ ਚੁੱਕੇ ਨੇ, ਜਦ ਰਾਜਾ ਵੜਿੰਗ ਦਾ ਕੋਈ ਬਿਆਨ ਜਾ ਆ ਜਾਂਦਾ ਉਦੋਂ ਇੱਕ ਵਾਰ ਕਹਿ ਦਿੰਦੇ ਨੇ, ਮੁੜ ਕੇ ਫੇਰ ਚੁੱਪ, ਅੱਗੇ ਕਾਰਵਾਈ ਕੋਈ ਨਹੀਂ। ਜਿਹੜੇ ਗੱਲਾਂ ਤੇ ਤੁਸੀਂ ਸਮਝਦੇ ਹੋ ਕਿ ਘਪਲੇ ਹੋਏ ਨੇ ਤਾਂ ਉਹਦੀ ਪਰਮਾਨੈਂਟ ਜਾਂਚ ਬਿਠਾ ਦਿਓ, ਜਾਂਚ ਤੋਂ ਬਾਅਦ ਪਤਾ ਲੱਗ ਜੂ ਹੋਇਆ ਜਾਂ ਨਹੀਂ ਹੋਇਆ। ਇਹ ਐਂ ਲੱਗਦਾ ਜਿਵੇਂ ਇੱਕ ਟੂਲ ਦੇ ਤੌਰ ਤੇ ਰੱਖੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ ਵੀ ਜੇ ਤੂੰ ਬੋਲਿਆ ਫਿਰ ਦੇਖ ਲੈ ਆਹ ਚੀਜ਼ ਹੈ, ਜੇ ਤੂੰ ਆਹ ਗੱਲ ਕੀਤੀ ਫਿਰ ਤੇਰੇ ਲਈ ਆਹ ਚੀਜ਼ ਹੈ। ਇਹਦਾ ਕੋਈ ਤੁਕ ਨਹੀਂ ਬਣਦੀ, ਮਤਲਬ ਉਸ ਪੱਧਰ ਦੇ ਉੱਤੇ ਗੰਭੀਰਤਾ ਵਾਲੀ ਗੱਲ ਜਿਹੜੀ ਹੈ। ਔਰ ਫਿਰ ਜਦੋਂ ਚੀਫ ਮਿਨਿਸਟਰ ਕਹਿੰਦੇ ਨੇ ਵੀ ਉਹ ਤਾਂ ਜਿਹੜੇ ਬਾਹਰੋਂ ਭਰਤੀ ਹੋਏ ਨੇ ਪੰਜਾਬੀ ਚ 50% ਨੰਬਰ ਲੈ ਕੇ ਹੋਏ ਨੇ, ਰਾਜਾ ਵੜਿੰਗ ਤੇ ਮਜੀਠੀਆ 45% ਵੀ ਨਹੀਂ ਲੈ ਸਕਦੇ, ਉਹਨੂੰ ਪਰਚਾ ਪਾ ਦਿੰਦੇ ਆ, ਤੁਹਾਨੂੰ ਕੋਈ ਪਰਚਾ ਪਾ ਦੂ ਹੋਰ, ਫਿਰ ਤੁਸੀਂ ਉਹਦੇ ਚ ਹੋ ਜਾਓਗੇ। ਇਹ ਕਿਹੜੀਆਂ ਟਿੱਪਣੀਆਂ ਜਾਂ ਕਿਸ ਲੈਵਲ ਦੀ ਗੱਲ ਹੁੰਦੀ ਹੈ? ਵੱਡਾ ਕੁਐਸਚਨ ਇਹਦੇ ਪਿੱਛੇ ਇਹ ਹੈ ਕਿ ਇਹ ਸਵਾਲ ਬਾਰ-ਬਾਰ ਵੱਖ-ਵੱਖ ਸਟੇਟਾਂ ਚ ਸਮੇਤ ਪੰਜਾਬ ਚ ਪੈਦਾ ਕਿਉਂ ਹੋ ਰਹੇ ਨੇ? ਉਹ ਇਸ ਕਰਕੇ ਪੈਦਾ ਹੋ ਰਹੇ ਨੇ ਕਿ ਕੋਈ ਨੌਕਰੀਆਂ ਜਾਂ ਰੁਜ਼ਗਾਰ ਦੇ ਮੌਕੇ ਬੇਹੱਦ ਘਟ ਰਹੇ ਨੇ। ਜਿੰਨੀ ਡਿਮਾਂਡ ਹੈ ਉਹਦੇ ਮੁਕਾਬਲੇ ਜਿਹੜੀਆਂ ਨੌਕਰੀਆਂ ਦੀ ਪੈਦਾ ਹੋਣ ਦੀ ਦਰ ਹੈ ਉਹ ਬੇਹੱਦ ਘੱਟ ਹੈ। ਨੈਸ਼ਨਲ ਲੈਵਲ ਤੇ ਵੀ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਮੰਨਿਆ ਜਾਂਦਾ ਪਿਛਲੇ 50 ਸਾਲ ਦੀ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ, ਔਰ ਸਾਡੇ ਵੀ। ਦੂਜੀ ਗੱਲ, ਖਾਸ ਤੌਰ ਤੇ ਪੰਜਾਬ ਵਰਗਾ ਸੂਬਾ, ਜਿਹੜੇ ਸੂਬੇ ਦੇ ਵਿੱਚ ਇੱਕ ਮਿਨੋਰਟੀ ਮੈਜੋਰਿਟੀ ਚ ਹੈ, ਉਹਦੀ ਪਛਾਣ ਦਾ ਕੁਐਸਚਨ ਵੀ ਨਾਲ, ਆਇਡੈਂਟੀਟੀ ਪੋਲਿਟਿਕਸ ਜਿਹਨੂੰ ਕਹਿੰਦੇ ਆ, ਉਹ ਨਾਲ ਜੁੜਿਆ ਹੁੰਦਾ ਪੱਕੇ ਤੌਰ ਦੇ ਉੱਤੇ। ਔਰ ਇਹ ਚੀਜ਼ਾਂ ਜੋੜ ਕੇ ਨੇ ਆਪਸ ਦੇ ਵਿੱਚ। ਔਰ ਜੇ ਹਿਮਾਚਲ ਦੇ ਵਿੱਚ ਤੁਸੀਂ ਕੋਈ ਡਾਇਰੈਕਟ ਜ਼ਮੀਨ ਨਹੀਂ ਖਰੀਦ ਸਕਦੇ, ਕੰਮ ਕਰ ਸਕਦੇ ਹੋ, ਕੰਮ ਤੋਂ ਕੋਈ ਨਹੀਂ ਰੋਕਦਾ। ਜੇ ਰਾਜਸਥਾਨ, ਜੇ ਗੁਜਰਾਤ ਦੇ ਵਿੱਚ ਜਿੱਥੇ ਵੀ ਤੁਸੀਂ ਜਾਓਗੇ ਨਹੀਂ ਡਾਇਰੈਕਟ ਇਹ ਕਰ ਸਕਦੇ, ਵੱਖ-ਵੱਖ ਸੂਬਿਆਂ ਨੇ ਆਪਣੇ ਕੁਝ ਐਕਟ ਬਣਾਏ ਹੋਏ ਨੇ। ਤਾਂ ਇਹ ਡਿਮਾਂਡ ਪੰਜਾਬ ਦੀ ਸਰਕਾਰ ਸਾਹਮਣੇ ਵੀ ਬਾਰ-ਬਾਰ ਆਉਂਦੀ ਹੈ, ਚਾਹੇ ਉਹ ਭਗਵੰਤ ਮਾਨ ਦੀ ਸਰਕਾਰ ਹੋਵੇ, ਕੈਪਟਨ ਦੀ ਸਰਕਾਰ, ਜਿਹੜੀਆਂ ਵੀ ਸਰਕਾਰਾਂ ਰਹੀਆਂ, ਕਿ ਜੇ ਬਾਕੀ ਸਟੇਟਾਂ ਦੇ ਵਿੱਚ ਕੰਮ ਕਰਨਾ, ਇੱਕ ਖਾਸ ਸਮੇਂ ਤੋਂ ਬਾਅਦ ਉੱਥੇ ਵੋਟਰ ਬਣ ਸਕਣਾ, ਜਾਂ ਇੱਕ ਖਾਸ ਸਮੇਂ ਤੋਂ ਬਾਅਦ ਬਾਕੀ ਪੰਜਾਬ ਦੇ ਵਿੱਚ ਜਾ ਕੇ ਜਿਹੜਾ ਉਹਦਾ ਡੈਮੋਗ੍ਰਾਫਿਕ ਪ੍ਰੋਫਾਈਲ ਬਦਲਣ ਦਾ ਇੱਕ ਖਦਸ਼ਾ ਅੰਦਰ ਪੰਜਾਬੀਆਂ ਦੇ, ਇਨਸਿਕਿਉਰਿਟੀ ਹੈ। ਜਿਵੇਂ ਜੰਮੂ ਕਸ਼ਮੀਰ ਮਾਮਲਿਆਂ ਚ ਵੀ ਹੁਣ ਡਿਊਟੀ ਬਣਾ ਕੇ ਸਾਨੂੰ ਇੱਥੇ ਵੀ ਘੱਟ ਗਿਣਤੀ ਕਰ ਦਿੱਤਾ ਜਾਊਗਾ, ਜਿਵੇਂ ਉੱਥੇ ਉਹ ਪ੍ਰੋਫਾਈਲ ਚੱਲ ਰਿਹਾ ਕਿ ਜਿਹੜੀ ਡੀਲਿਮਿਟੇਸ਼ਨ ਦੁਬਾਰਾ ਬਣਾਈ ਹੈ, ਜੰਮੂ ਰੀਜਨ ਚ 4 ਸੀਟਾਂ ਵਧਾ ਦਿਓ ਤੇ ਉਧਰੋਂ ਸੀਟਾਂ ਘਟਾ ਦਿਓ ਕਸ਼ਮੀਰ ਵੈਲੀ ਚੋਂ। ਇਹ ਇੱਕ ਵੱਡਾ ਖਤਰਾ ਜਿਹੜਾ ਹੈ ਉਹਦੇ ਪਿੱਛੇ ਉਹ ਪੋਲੀਟੀਕਲ ਮਾਈਂਡਸੈਟ ਦਾ, ਜਿਹਦੇ ਕਰਕੇ ਪੰਜਾਬੀ ਸੂਬਾ ਲਿਆ, ਜਿਹਦੇ ਕਰਕੇ ਉਹ ਕਹਿੰਦੇ ਨੇ ਸਾਡਾ ਜੰਮੂ ਕਸ਼ਮੀਰ ਦਾ ਸਟੇਟਸ ਸੀ। ਉਹ ਵੱਡਾ ਕੁਐਸਚਨ ਉਹਦੇ ਪਿੱਛੇ ਇਹ ਹੈ। ਨੌਕਰੀ ਉਹਦਾ ਇੱਕ ਪਾਰਟ ਹੋ ਸਕਦੀ ਹੈ ਵੀ ਉੱਥੇ 80% 85% ਇੰਨੇ %। ਹਰਿਆਣੇ ਨੇ ਵੀ ਪ੍ਰਾਈਵੇਟ ਨੌਕਰੀਆਂ 'ਚ ਵੀ, ਉਹ ਅਲੱਗ ਗੱਲ ਹੈ, ਸੁਪਰੀਮ ਕੋਰਟ 'ਚੋਂ ਬਿੱਲ ਨਹੀਂ ਖੜਿਆ, 75% ਪ੍ਰਾਈਵੇਟ ਇੰਡਸਟਰੀ ਵਗੈਰਾ ਦੇ ਖੇਤਰ 'ਚ ਵੀ ਨੌਕਰੀਆਂ ਹਰਿਆਣਵੀਆਂ ਨੂੰ ਦੇਣ ਦਾ ਕਾਨੂੰਨ ਪਾਸ ਕੀਤਾ ਸੀ ਇਸੇ ਖੱਟੜ ਸਰਕਾਰ ਨੇ ਜੀ। ਤੇ ਜੇਕਰ ਉਸ ਮਾਮਲੇ ਦੇ ਵਿੱਚ ਤੁਸੀਂ ਜਾਣਦੇ ਹੋ, ਇਹ ਉਸ ਗੱਲ 'ਚ ਹੁਣ ਗਵਰਨਮੈਂਟ ਨੌਕਰੀਆਂ ਕਿੰਨੀਆਂ ਕਨੇ ਲਾ ਪਾ ਕੇ ਤੁਸੀਂ ਕਿੰਨਾ 4 ਲੱਖ ਤੇ ਰਹਿ ਜਾਓਗੇ ਵੱਧ ਤੋਂ ਵੱਧ। ਇਦੋਂ ਵੱਧ ਤਾਂ ਸਾਡੇ ਕੋਲ ਹੋਣੀਆਂ ਹੀ ਨਹੀਂ, ਨਾ ਕਦੇ ਹੋ ਸਕਣਗੀਆਂ ਜਿੰਨੀਆਂ ਕਨੇ। ਤਾਂ ਸਾਡੇ ਕੋਲ 15, 18, 20 ਲੱਖ ਬੰਦਾ ਬੇਰੁਜ਼ਗਾਰ ਤੁਰਿਆ ਫਿਰਦਾ। ਉਹਦੇ ਲਈ ਰੁਜ਼ਗਾਰ ਦੀ ਜਿਹੜੇ ਪੈਦਾ ਕਰਨ ਦਾ ਤਰੀਕਾ ਕੀ ਹੋਵੇ, ਇੰਪਲਾਇਮੈਂਟ ਜਨਰੇਸ਼ਨ ਹੋਵੇ ਕਿਵੇਂ, ਇਹਦੇ ਤੇ ਕੋਈ ਡਿਬੇਟ ਨਹੀਂ ਹੈ ਸਾਡੇ ਮਤਲਬ ਚੱਲ ਰਹੀ, ਨਾ ਸਰਕਾਰੀ ਧਿਰ ਵੱਲੋਂ ਨਾ ਚੀਫ ਮਿਨਿਸਟਰ ਇਸੇ ਗੱਲ ਤੇ ਲੱਗੇ ਨੇ ਰੋਜ਼ ਕੁਝ ਥੋੜੇ ਜਿਹੇ ਬੰਦਿਆਂ ਨੂੰ ਦੇ ਕੇ ਚਲੋ ਜੀ ਆਪਾਂ ਦੇ ਰਹੇ ਹਾਂ, ਦੇਖੋ ਮਤਲਬ ਨਿਯੁਕਤੀ ਪੱਤਰ ਦੇ ਰਿਹਾ, ਬਾਕੀ ਹੈ ਰੂਟੀਨ ਚ ਭਰਤੀਆਂ ਹੋਣੀਆਂ ਨੇ ਕੁਝ ਤਾਂ ਲਗਭਗ 1800 ਇਸ ਲੈਵਲ ਦੀਆਂ ਜਿੰਨੀ ਪੁਲਿਸ ਦੀ ਨਫਰੀ ਆ ਉਹਦੇ ਚੋਂ ਲਗਭਗ 2-2.5 ਜਾਂ 3000 ਤੱਕ ਚਲੀਆਂ ਜਾਂਦੀਆਂ ਨੇ। ਟੀਚਿੰਗ ਜਿਹੜਾ 1,35,000 ਟੀਚਿੰਗ ਦਾ ਸੈਂਕਸ਼ਨ ਸਟਾਫ ਹੈ ਉਹਦੇ ਚੋਂ, ਕਿਉਂਕਿ ਉਹ ਰੇਸ਼ੋ 'ਚ ਰਿਟਾਇਰ ਹੋਣੇ ਹੁੰਦੇ ਨੇ ਬੰਦਿਆਂ ਨੇ ਕੰਟੀਨਿਊਟੀ 'ਚ, ਉਹੀ ਖਾਲੀ ਥਾਵਾਂ ਭਰਨੀਆਂ ਹੁੰਦੀਆਂ ਨੇ। ਅਸੀਂ ਕੋਈ ਬਹੁਤ ਨਵਾਂ ਜੁਗਾੜ ਨਹੀਂ ਬਣਾ ਰਹੇ ਕਿਤੇ ਵੀ, ਜਾਂ ਕੋਈ ਸਰਕਾਰਾਂ ਇਹ ਕਹਿੰਦੇ ਨੇ ਵੀ ਮੈਂ ਤਾਂ ਨਵੀਆਂ ਨੌਕਰੀਆਂ ਕਿਤੇ, ਕੋਈ ਸਰਕਾਰ ਆ ਕੇ ਉਹਦੇ ਤੇ ਵੀ ਰੋਕ ਲਾ ਦਿੰਦੀ ਹੈ 4 ਸਾਲ, ਫਿਰ ਉਹ ਨੇੜੇ ਜਾ ਕੇ ਭਰਾਂਗੇ ਜੀ 5 ਸਾਲ ਦੇ ਵਿੱਚ ਜਦੋਂ ਵੀ ਕਰਦੇ ਨੇ। ਇਹ ਸਰਕਾਰ ਨੇ ਥੋੜਾ ਜਿਹਾ ਕੁਝ ਚੀਜ਼ਾਂ ਕੀਤੀਆਂ ਨੇ, ਹਾਲਾਂਕਿ ਉਹਦੇ ਚੋਂ ਵੀ ਬਹੁਤੀਆਂ ਚੀਜ਼ਾਂ ਇਹ ਨੇ ਕਿ ਰੈਗੂਲਰ ਸਟਾਫ ਦੀ ਉਹਦੇ ਨੂੰ ਸੈਲਰੀ ਨਹੀਂ ਮਿਲ ਰਹੀ। ਟੀਚਰਾਂ ਦਾ ਵੀ ਉਹ ਰੌਲਾ ਚੱਲ ਰਿਹਾ ਹੈ ਜੇ,
ਪਟਵਾਰੀਆਂ ਦਾ ਵੀ ਉਹ ਰੌਲਾ ਚੱਲ ਰਿਹਾ, ਵੱਖ-ਵੱਖ ਦਾ ਵੀ ਉਹ ਮਾਮਲਾ ਚੱਲ ਰਿਹਾ, ਉਹ ਅਲੱਗ ਸਵਾਲ ਹੈ। ਜਦੋਂ ਇਹ ਰੌਲਾ ਇੰਨੇ ਕਿਤੇ ਪੈਂਦਾ ਹੈ, ਕੱਲਾ ਜ਼ਿਲ੍ਹੇ ਨੂੰ ਧਿਆਨ ਚ ਰੱਖ ਕੇ ਤਾਂ ਬਹੁਤ ਬੜੀ ਗੱਲ ਲੱਗਦੀ ਹੈ ਵੀ ਇੱਕੋ ਜ਼ਿਲ੍ਹੇ ਚ ਯਾਰ ਮੈਜੋਰਟੀ ਤਾਂ ਦੂਜੇ ਪਾਸੇ ਚਲੀ ਗਈ। ਜਦ ਔਨ ਦੀ ਹੋਲ ਹੈ, ਮੇਰਾ ਖਿਆਲ ਹੈ ਜਿੱਥੇ ਮਰਜੀ ਹੈ, ਕੋਈ ਕੱਲਾ ਹਰਿਆਣੇ ਨਾਲ ਕੱਲਾ ਮਾਨਸਾ ਨਹੀਂ ਲੱਗਦਾ, ਦੂਜੀ ਸਾਈਡ ਤੇ ਉਧਰ ਬਠਿੰਡੇ ਦੀ ਸਾਈਡ ਵੀ ਚਲੀ ਜਾਂਦੀ ਹੈ, ਤਲਵੰਡੀ ਸਾਬੋ ਤੋਂ ਉਧਰ, ਇਧਰ ਸੰਗਰੂਰ ਦੀ ਸਾਈਡ ਵੀ ਹਰਿਆਣੇ ਨਾਲ ਲੱਗਦੀ ਹੈ, ਪਟਿਆਲੇ ਦੀ ਸਾਈਡ ਵੀ ਲੱਗਦੀ ਹੈ। ਥੋੜਾ ਜਿਹਾ ਬਦਲ ਲਓ ਤੁਸੀਂ, ਦੋ ਦੋ ਉਧਰ ਕਰ ਦਿਓ। ਜੇਕਰ ਇੱਕ ਪਰਸੈਪਸ਼ਨ ਗੇਮ ਵੀ ਤਾਂ ਹੁੰਦੀ ਹੈ, ਜੇਕਰ ਟੋਟਲ ਚੋਂ 31 ਵੀ ਲੱਗੇ ਨੇ ਤਾਂ 31 ਦਾ ਵੀ ਤਾਂ ਕਿਤੇ ਨਾ ਕਿਤੇ ਬਦਲ ਕੇ ਉਹ ਹੋਏਗਾ। ਜੇ ਇੱਕੋ ਜਿਹੜਾ ਫੀਲ ਕਰਨ ਲੱਗ ਜੇ ਕਿ ਮੇਰੇ ਜਿਹੜੇ ਤੇ ਤਾਂ ਬੰਦਿਆਂ ਨੂੰ ਇੰਨਿਆਂ ਨੂੰ ਮਿਲੀ ਆ ਨਾ, ਉਹਦੇ ਚ ਤਾਂ ਮੇਰੇ 2 ਮਿਲੇ ਨੇ, ਤਾਂ ਇੱਕ ਲੌਜਿਕ ਤਾਂ ਖੜਾ ਹੋ ਹੀ ਜਾਂਦਾ ਨਾ। ਜਿੱਥੇ ਗੱਲ ਹੋਲੀ ਸੋਲੀ ਹੋਏਗੀ ਕਿ ਉਹਦੇ ਕੰਟੈਕਸਟ ਦੇ ਵਿੱਚ ਕੋਈ ਚੀਜ਼ ਘੱਟ ਹੈ ਜਾਂ ਵੱਧ ਹੈ, ਉੱਥੇ ਜਿਹੜਾ ਐਵਰੇਜ ਗਿਣਿਆ ਜਾਂਦਾ ਨਾ, ਐਵਰੇਜ ਖਤਰਨਾਕ ਵੀ ਹੁੰਦੀ ਹੈ। ਜਿਵੇਂ ਕਹਿੰਦੇ ਨੇ ਚਾਰੇ ਡੁੱਬ ਗਏ ਸੀ ਪਰਿਵਾਰ ਵਾਲੇ, ਕਿ ਓਵਰ ਐਵਰੇਜ ਕੱਢ ਕੇ ਇੱਕ ਐਡਾ ਲੰਮਾ ਹੈ ਤੇ ਦੂਜਾ ਛੋਟਾ ਜਵਾਕ ਹੈ ਤੇ ਸਾਰਿਆਂ ਦੇ ਉੱਪਰ ਦੀ ਪਾਣੀ ਫਿਰ ਗਿਆ ਸੀ। ਇਸ ਲਈ ਇਹ ਚੀਜ਼ਾਂ ਕਾਫੀ ਜ਼ਿਆਦਾ ਸੂਖਮ ਦਾਇਰੇ ਦੀਆਂ ਨੇ। ਜਿਵੇਂ ਆਪਾਂ ਅਸੈਂਬਲੀ ਚ ਕਹਿੰਦੇ ਆ ਮਿਨਿਸਟਰੀ ਹੋਵੇ ਜਾਂ ਬਾਕੀ, ਆਪਾਂ ਕਹਿੰਦੇ ਵੀ ਹਰ ਏਰੀਏ ਨੂੰ ਵੀ ਪ੍ਰਤੀਨਿਧਤਾ ਮਿਲ ਜੇ, ਹਰ ਕਾਸਟ ਨੂੰ ਵੀ ਮਿਲ ਜੇ, ਹਰ ਰਿਲੀਜਨ ਨੂੰ ਵੀ ਮਿਲ ਜੇ, ਸ਼ਹਿਰ ਤੇ ਪਿੰਡ ਦਾ ਵੀ ਬੈਲੈਂਸ ਬਣ ਜੇ। ਬਹੁਤ ਚੀਜ਼ਾਂ ਦੇਖਦੇ ਆ ਨਾ, ਨਹੀਂ ਤਾਂ ਫਿਰ ਇੱਕ ਕਰ ਲਓ ਉਸੇ ਤਰੀਕੇ ਦੇ ਨਾਲ। ਇੱਕੋ ਏਰੀਏ ਦੇ ਬਹੁਤ ਕੰਪੀਟੈਂਟ ਬੰਦੇ ਹੋ ਸਕਦੇ ਨੇ, ਇੱਕੋ ਦੇ ਭਰਤੀ ਕਰ ਲਓ ਸਾਰੇ। ਉਹ ਕਿਉਂ ਦੇਖਦੇ ਆ? ਕਿਉਂਕਿ ਇੱਕ ਬੈਲੈਂਸ ਬਣਾਉਣਾ ਹੁੰਦਾ। ਸਟੇਟਾਂ ਡੈਮੋਕ੍ਰੈਟਿਕਲੀ ਲੋਕਾਂ ਦੀ ਇੱਛਾ ਸ਼ਕਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲਦੀਆਂ ਨੇ, ਔਰ ਕੇਵਲ ਇਸੇ ਤਰੀਕੇ ਨਾਲ ਨਹੀਂ ਚੱਲਦੀਆਂ ਜਿਹੜੇ ਤਰੀਕੇ ਨਾਲ ਚੱਲਦੀਆਂ ਨੇ। ਤੇ ਜਦੋਂ ਇਹਦੇ ਜਵਾਬ ਦੇ ਤੌਰ ਤੇ ਚੀਫ ਮਿਨਿਸਟਰ ਬੋਲਦੇ ਨੇ, ਤਾਂ ਉਹ ਜਵਾਬ ਦੇ ਤੌਰ ਤੇ ਜੇ ਤਸੱਲੀ ਬਖਸ਼ ਜਵਾਬ ਦੇ ਦੇਣ, ਭਾਈ ਟੋਟਲ ਆ ਸੀ, ਇੰਨਾ ਹੋਇਆ, ਇਹ ਠੀਕ ਹੈ ਕਿ ਇੱਕ ਜਗ੍ਹਾ ਇੰਨੇ ਜ਼ਿਆਦਾ ਇਕੱਠੇ ਹੋ ਗਏ, ਉਹਨੂੰ ਵੀ ਜੇ ਵੰਡ ਲਾਂਗੇ ਤਾਂ ਥੋੜੇ ਬਹੁਤ ਮਾਨਸਾ ਵਾਲੇ ਵੀ ਉੱਥੇ ਹੋਰ ਹੋ ਸਕਣਗੇ ਜਾਂ ਬਾਕੀ ਵੀ, ਇਹ ਮਾਮਲਾ ਠੀਕ ਹੋ ਸਕਦਾ। ਜਦੋਂ ਕਹਿੰਦੇ ਨੇ ਕੈਨੇਡਾ ਚ ਵੀ ਤਾਂ ਸਾਡੇ ਬੰਦੇ, ਕੈਨੇਡਾ ਕੋਈ ਕੰਟਰੀ ਹੈ, ਇਹ ਸਾਡੇ ਵਰਗਾ ਸਟੇਟ ਹੈ, ਪੰਜਾਬ ਕੋਈ ਕੰਟਰੀ ਨਹੀਂ ਹੈ। ਕੈਨੇਡਾ ਦੇ ਬੇਸਿਕ ਵਸਿੰਦੇ ਜਿਹੜੇ ਨੇ ਓਰੀਜਨਲੀ, ਉਹ ਮਾਈਗ੍ਰੇਸ਼ਨ ਨਹੀਂ ਕਰ ਰਹੇ ਇਸ ਪੱਧਰ ਦੇ ਉੱਤੇ ਜਿੰਨਾ ਪੰਜਾਬੀ ਫੋਰਸਡ ਮਾਈਗ੍ਰੇਸ਼ਨ ਹੋ ਰਹੀ ਹੈ। ਉੱਥੇ ਉਹ ਐਡੀਸ਼ਨਲ ਬੰਦਿਆਂ ਨੂੰ ਲਿਆ ਰਹੇ ਨੇ ਕਿ ਠੀਕ ਹੈ ਜੀ, ਸਾਡੇ ਉਲਟ ਕੰਮ ਹੈ, ਸਾਡਾ ਇੱਕ ਬਹੁਤ ਵੱਡਾ ਤਬਕਾ ਬਾਹਰ ਜਾ ਰਿਹਾ ਜਿਹੜਾ ਉਸੇ ਤਰੀਕੇ ਨਾਲ ਫੋਰਸਡ ਤਰੀਕੇ ਨਾਲ ਕੋਈ ਹੋਰ ਆ ਕੇ ਉੱਥੇ ਬਸ ਸਕਦਾ ਹੈ। ਉਹਦੇ ਪਿੱਛੇ ਅਗਲੇ 10 ਸਾਲਾਂ ਦਾ 5 ਸਾਲ ਦਾ ਜਦੋਂ ਤੁਸੀਂ ਪ੍ਰੋਫਾਈਲ ਦੇਖਦੇ ਹੋ ਪੰਜਾਬ ਦਾ, ਤਾਂ ਉਹ ਹੋਰ ਤਰ੍ਹਾਂ ਨਜ਼ਰ ਆਉਣਾ ਲੱਗ ਜਾਂਦਾ, ਸੱਤਾ ਦੇ ਐਂਗਲ ਤੋਂ ਵੀ ਔਰ ਵੱਖ-ਵੱਖ ਐਂਗਲ ਤੋਂ। ਇਸ ਲਈ ਇਹ ਕੰਪਲੈਕਸ ਇਸ਼ੂ ਹੈ। ਮੇਰਾ ਖਿਆਲ ਹੈ ਇਹੋ ਜਿਹੇ ਇਸ਼ੂਜ਼ ਤੇ ਔਨ ਦੀ ਹੋਲ ਡਿਬੇਟ ਹੋਣੀ ਚਾਹੀਦੀ ਹੈ। ਕੀ ਲਾ ਕਾਨੂੰਨ ਦੀ ਨਜ਼ਰ ਚ ਬਣ ਸਕਦਾ, ਕੀ ਸਾਡੀ ਅਪਰੋਚ ਹੋਣੀ ਚਾਹੀਦੀ ਹੈ। ਇਹ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਇਹਨਾਂ ਗੱਲਾਂ ਤੇ ਚਰਚਾ ਦੀ ਲੋੜ ਹੈ ਉਸ ਮਾਮਲੇ ਦੇ ਵਿੱਚ। ਅੱਜ ਰਾਜੇਵਾਲ ਉਹਨਾਂ ਦੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਹੋਈ ਕਿ ਇਹ ਏਜੰਡਾ ਵੀ ਤੁਹਾਡਾ ਹੋਣਾ ਚਾਹੀਦਾ ਕਿ ਇੱਥੇ ਆ ਕੇ ਜਿਹੜਾ ਮਰਜ਼ੀ ਜ਼ਮੀਨ ਲੈ ਲੇ, ਜਿਹੜਾ ਮਰਜ਼ੀ ਜੋ ਮਰਜ਼ੀ ਕਰੇ, ਜਦ ਵੋਟਰ ਬਣ ਜੇ ਤੇ ਆਹ ਚੀਜ਼ਾਂ ਹੋ ਰਹੀਆਂ ਨੇ, ਇਹ ਕਿਉਂ ਹੋ ਸਕਦਾ ਹੈ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਕਿ ਦੂਜੇ ਲੋਕਾਂ ਨੂੰ ਰੋਕ ਦਿਓ ਜਾਂ ਬਾਕੀ ਚੀਜ਼ਾਂ ਨੇ। ਕੰਮ ਕਰਨ ਆਉਣਾ ਸਿਟੀਜ਼ਨ ਕਿਤੇ ਵੀ ਜਾ ਕੇ ਬਣਦਾ ਹੈ, ਇੱਕ ਟਾਈਮ ਲੱਗਦਾ ਹੈ ਨਾ, ਇੱਕ ਉੱਥੇ ਇੱਕ ਸਿਸਟਮ ਬਣਿਆ ਹੋਇਆ ਕਿ ਆਹ ਸ਼ਰਤਾਂ ਪੂਰੀਆਂ ਹੋਣਗੀਆਂ ਤਾਂ ਬਣੂਗਾ। ਸਿਟੀਜ਼ਨ ਦਾ ਤਾਂ ਲੈਵਲ ਹੈ ਉਸ ਤਰੀਕੇ ਦਾ ਬਣਦਾ, ਉਹਨੂੰ ਇੱਕੋ ਰਸਤੇ ਨਹੀਂ ਨਾ ਤੁਸੀਂ ਬਣ ਸਕਦੇ, ਜਿਵੇਂ ਵੀ ਜੋ ਕੋਈ ਬਣ ਗਿਆ ਤੇ ਉਸੇ ਤਰੀਕੇ ਨਾਲ ਹੋ ਜਾਏਗਾ। ਇਸ ਲਈ ਮਾਮਲੇ ਕਾਫੀ ਮਤਲਬ ਐਡੇ ਸਿੱਧੇ ਵੀ ਨਹੀਂ ਹੈ ਜਿੱਡੇ ਸਿੱਧੇ ਦੇ ਤੌਰ ਤੇ ਅਸੀਂ ਸਾਡੇ ਡਿਬੇਟਾਂ ਹੋ ਰਹੀਆਂ ਨੇ ਜਾਂ ਬਿਆਨਬਾਜ਼ੀ ਹੋ ਰਹੀ ਹੈ। ਜੀ ਸਰਦਾਰ ਜਗਤਾਰ ਸਿੰਘ ਜੀ, ਵੈਸੇ ਤਾਂ ਤੁਹਾਡਾ ਉਹ ਲੌਜਿਕ ਦਲੀਲ ਮੈਨੂੰ ਚੰਗੀ ਲੱਗੀ, ਤਰਕ ਤੁਹਾਡਾ, ਕਿ ਸਾਡੇ ਇੱਥੇ ਜਿਹੜੀ UPSC ਤੋਂ ਸਿਵਲ ਸਰਵਿਸਿਜ਼ ਦੇ ਲੋਕ ਆ ਰਹੇ ਆ, ਉਹਨਾਂ ਚੋਂ ਪੰਜਾਬੀ ਕਿੰਨੇ ਕੁ। ਸੱਟ ਤਾਂ ਜਿੱਥੇ ਵੱਜਦੀ ਆ ਉਹ ਪ੍ਰਸ਼ਾਸਨਿਕ ਅਦਾਰਿਆਂ ਦਾ ਸਵਾਲ ਹੈ ਕਿ ਅਸਲ ਸਰਕਾਰ ਦੇ ਵਿੱਚ ਸਾਡੇ ਸਰਕਾਰ ਨੂੰ ਹੰਡਾਉਣ ਵਾਲੇ, ਫੈਸਲੇ ਲੈਣ ਵਾਲੇ ਸਾਡੇ ਬੰਦੇ ਕਿੰਨੇ ਕੁ ਆ। ਸੋ ਜੇ ਉਹ ਪ੍ਰਤੀਸ਼ਤਤਾ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਹ ਪ੍ਰਤੀਸ਼ਤਤਾ ਠੀਕ ਲੱਗਣ ਲੱਗ ਪੈਂਦੀ ਹੈ ਕਿ ਚਲੋ ਜੇ 560 ਦੇ ਵਿੱਚੋਂ 31 ਜਾਂ 35 ਬਾਹਰੋਂ ਨੇ, ਮੰਨ ਲਓ ਟੋਟਲ 35 ਜਾਂ ਹੋਰ ਚਲੋ 5-7 ਹੋਣਗੇ ਜਿਹੜੇ ਧਿਆਨ 'ਚ ਨਹੀਂ ਆਏ, ਕਿਧਰੋਂ ਹੋਰ ਵੀ ਆ ਗਏ ਹੋਣ। ਪਰ ਜੇ ਓਵਰਆਲ ਦੇਖਿਆ ਜਾਵੇ ਕਿ ਪੰਜਾਬੀ ਹੁਣ ਮਿਹਨਤ ਕਰਨੀ ਵੀ ਛੱਡ ਰਹੇ ਆ, ਔਰ ਖਾਸ ਤੌਰ ਦੇ ਉੱਤੇ ਜਿਹੜੀਆਂ ਪ੍ਰਸ਼ਾਸਨਿਕ ਪੋਸਟਾਂ ਉਹਦੇ ਉੱਤੇ ਬਹੁਤੇ ਗੈਰ ਪੰਜਾਬੀ ਨੇ। ਔਰ ਇਹ ਕੋਈ ਮਾੜੀ ਗੱਲ ਨਹੀਂ ਜੇ ਸਾਡੇ ਬੰਦੇ ਨਹੀਂ ਤੇ ਕਿਸੇ ਨਾ ਕਿਸੇ ਨੇ ਤਾਂ ਆਉਣਾ ਹੈ, ਪਰ ਇਹ ਡਿਸਕ੍ਰਿਮੀਨੇਸ਼ਨ ਦਾ ਮਾਮਲਾ ਨਹੀਂ ਹੈ। ਮਾਮਲਾ ਤੇ ਕਿ ਜਿਹੜੇ ਇਸ ਕਲਚਰ ਨੂੰ ਜਾਣਦੇ, ਸਮਝਦੇ, ਜਿਨ੍ਹਾਂ ਨੇ ਇੱਥੇ ਬਿਹਤਰ ਫੈਸਲੇ ਲੈ ਸਕਣੇ ਸੀ ਇਹਦੇ ਕਲਚਰ, ਇਹਦੇ ਇਤਿਹਾਸ ਦੇ ਨਜ਼ਰੀਏ ਤੋਂ, ਉਹ ਤਾਂ ਹੁਣ ਜਾ ਕੇ ਖਾਕ ਛਾਣ ਰਹੇ। 2-2 ਪੀੜ੍ਹੀਆਂ ਪਹਿਲਾਂ ਨੀਹਾਂ 'ਚ ਪੈ ਰਹੀਆਂ ਦੂਜੇ ਦੇਸ਼ਾਂ 'ਚ, ਤੇ ਫਿਰ ਜਾ ਕੇ ਤੀਜੀ ਪੀੜ੍ਹੀ ਦਾ ਲੱਕ ਸਿੱਧਾ ਹੁੰਦਾ। ਸੋ ਪੰਜਾਬੀਆਂ ਨੇ ਆਪ ਹੀ ਇਹ ਰਾਹ ਚੁਣੇ, ਕੀ ਕਰੀਏ ਜੀ। ਮੈਂ ਪਹਿਲਾਂ ਇਹ ASI ਵਾਲੇ ਦੀ ਗੱਲ ਕਰੂੰਗਾ। ਸੋਸ਼ਲ ਮੀਡੀਆ ਤੇ ਬਹੁਤ ਸਰਕੂਲੇਟ ਹੋਇਆ, ਵਾਇਰਲ ਹੋ ਗਿਆ ਬਈ ਆ ਮਾਨਸਾ ਵਾਲਾ ਮਾਮਲਾ। ਉਹ ਲੱਗਿਆ ਵੀ ਇੱਕ ਵਾਰੀ ਜਿਹਨੂੰ ਨਹੀਂ ਪਤਾ ਕਿ ਟੋਟਲ ਭਰਤੀ
ਕਿੰਨੀ ਹੋਈ ਹੈ ਤੇ ਇਹਦੇ ਚੋਂ ਕਿੰਨੇ ਬਾਹਰ ਦੇ ਹੈ, ਉਹਨੂੰ ਲੱਗਦਾ ਕਿ ਮਾਨਸਾ ਹੀ ਕੇਸ ਹੈ ਸਿਰਫ। ਤਾਂ ਜਦੋਂ ਓਵਰਆਲ ਲਓ ਤੇ ਉਹ ਇੱਕ ਨਾਰਮਲ ਪੈਟਰਨ ਕਿਸੇ ਵੀ ਸਟੇਟ ਦਾ ਹੋ ਸਕਦਾ ਹੈ। ਸੋ ਉਹਨੂੰ ਅਸੀਂ ਜਿਸ ਢੰਗ ਨਾਲ ਪੇਸ਼ ਕਰਦੇ ਹਾਂ ਉਹ ਥੋੜਾ ਜਿਹਾ ਹਾਈਪਰਬੋਲਿਕ ਬਣਾ ਕੇ ਵੀ ਪਤਾ ਨਹੀਂ ਕੀ ਸਰਕਾਰ ਨੇ ਕਰਤਾ ਜੀ, ਹਰਿਆਣੇ ਦੇ ਬੰਦੇ ਰੱਖ ਲਏ ਜੀ, ਉਹ ਸਿਚੁਏਸ਼ਨ ਇਸ ਢੰਗ ਨਾਲ ਪੇਸ਼ ਮੇਰੇ ਖਿਆਲ 'ਚ ਨਹੀਂ ਹੋਣੀ ਚਾਹੀਦੀ। ਇਹਦੇ 'ਚ ਕੁਝ ਪੋਲੀਟੀਸ਼ੀਅਨ ਵੀ ਸ਼ਾਮਲ ਹੈਗੇ। ਗੱਲ ਹੈ ਕੀ ਹੈ, ਇਕੋਨਮੀ ਦੇ ਵਿੱਚ ਕੀ ਤੁਹਾਡੀ ਇੰਪਲਾਇਮੈਂਟ ਜਨਰੇਸ਼ਨ ਹੈ, ਸਰਕਾਰੀ ਨੌਕਰੀਆਂ ਲਿਮਟਿਡ ਹੁੰਦੀਆਂ, ਇੰਪਲਾਇਮੈਂਟ ਜਨਰੇਸ਼ਨ ਕਿਉਂ ਨਹੀਂ ਹੈ? ਕਿਉਂਕਿ ਇੱਥੇ ਕੈਪੀਟਲ ਇਨਵੈਸਟਮੈਂਟ ਨਹੀਂ ਹੈ। ਕੈਪੀਟਲ ਕਿੱਥੇ ਆਏਗੀ? ਜਿੱਥੇ ਪ੍ਰੋਫਿਟ ਹੋਏਗਾ। ਸਿੰਪਲ ਜਿਹਾ ਅਸੂਲ ਹੈ ਇਹਦਾ ਜੀ। ਇਹ ਜਿਹੜੀਆਂ ਸਰਕਾਰਾਂ ਮੈਂ ਪਿਛਲੇ 30 ਸਾਲ ਤੋਂ ਦੇਖ ਰਿਹਾ ਵੀ NRI ਸਮਿਟ ਕਰਾ ਦਿਓ ਜੀ, ਇੰਡਸਟਰੀਅਲ ਸਮਿਟ ਕਰਾ ਦਿਓ ਜੀ। ਸਾਹਿਬ ਬਿਆਨ ਸਿੰਘ ਦੇ ਵੇਲੇ ਤੋਂ ਸ਼ੁਰੂ ਹੋਇਆ ਪਿਆ। ਕੀ ਹੋਇਆ? ਕਿੰਨੀ ਕੁ ਇੰਡਸਟਰੀ ਲੱਗੀ ਪੰਜਾਬ ਦੇ ਵਿੱਚ? ਜਿਹੜੀ ਰੂਟੀਨ ਦੇ ਵਿੱਚ ਆਉਣੀ ਚਾਹੀਦੀ ਉਹਨੇ ਕੀ ਆਉਂਦੀ ਹੁੰਦੀ ਹੈ। ਸੋ ਜਿਹੜੇ ਕੈਪੀਟਲ ਹੈ ਉਹਨੇ ਆਪਣੇ ਅਸੂਲ ਤੇ ਇੱਥੇ ਆਉਣਾ ਹੈ। ਪੰਜਾਬ ਦੀ ਇਕੋਨਮੀ ਐਗਰੀਕਲਚਰ ਇਕੋਨਮੀ ਹੈ, ਕਿ ਅਸੀਂ ਉਹਨੂੰ ਡਿਵੈਲਪ ਕਰ ਸਕੀਏ ਉਸ ਢੰਗ ਨਾਲ ਜਿਵੇਂ ਕਰਨੀ ਚਾਹੀਦੀ ਸੀਗੀ। ਕਿ ਪੰਜਾਬ ਕਣਕ ਤੇ ਪੈਡੀ ਹੀ ਕਿਉਂ ਬਾਹਰ ਭੇਜੇ? ਵੈਲੀਡੇਸ਼ਨ ਕਿਉਂ ਨਾ ਕੀਤੀ ਜਾਵੇ? ਕੰਪਨੀਆਂ ਮਲਟੀਨੈਸ਼ਨਲ ਆਟਾ ਪੰਜਾਬ 'ਚ ਆ ਕੇ ਵੇਚਦੀਆਂ, ਇੱਥੋਂ ਦੀ ਕਣਕ ਖਰੀਦ ਕੇ ਇੱਥੋਂ ਦਾ ਆਟਾ ਉਹਨੂੰ ਡਬਲ ਕੀਮਤ ਤੇ ਵੇਚਦੇ 3 ਗੁਣਾ ਤੇ। ਅਸੀਂ ਕਣਕ ਐਕਸਪੋਰਟ ਕਰ ਰਹੇ ਹਾਂ, ਤੁਸੀਂ ਵੈਲੀਡੇਸ਼ਨ ਕਿਉਂ ਨਹੀਂ ਕਰਦੇ? ਉਹ ਪਲਾਨ ਬਣੇ ਘੱਟੋ ਘੱਟ ਕਿ ਤੁਸੀਂ, ਮੈਂ ਦੇਖਦਾ ਨਾ ਕਈ ਵਾਰੀ ਕੈਨੇਡਾ ਦੇ ਵਿੱਚੋਂ ਸਾਡੇ ਜਿਹੜੇ ਲੋਕ ਆਉਂਦੇ ਜਾਂਦੇ ਹੈ ਉੱਥੋਂ ਐਗਰੀ ਪ੍ਰੋਡਕਟਸ ਲੈ ਕੇ ਆਉਂਦੇ ਆ, ਵੈਲਿਊ ਐਡੀਸ਼ਨ ਹੋਈ ਵੀ। ਅਸੀਂ ਹੁਣ ਮੱਕੀ ਦੀ ਕਿੰਨੀ ਵੈਲਿਊ ਐਡੀਸ਼ਨ ਹੋਈ ਵੀ ਹੈ, ਆਲੂ ਦੀ ਕਿੰਨੀ ਹੋਈ ਵੀ ਹੈ, ਚਿਪਸ ਵੀ ਤੇ ਕਾਰਨ ਫਲੇਕ ਜੀ, ਇਹ ਜੀ, ਜਿੰਨੀ ਮੱਕੀ ਦੀ ਵੈਲਿਊ ਐਡੀਸ਼ਨ ਵੈਸਟ ਨੇ ਕੀਤੀ ਹੈ ਮੇਰੇ ਖਿਆਲ ਹੈ ਹੋਰ ਕਿਸੇ ਫਸਲ ਦੀ ਨਹੀਂ ਹੋਈ। ਅਸੀਂ ਕਿੱਥੇ ਖੜੇ ਹਾਂ? ਅਸੀਂ ਫੂਡ ਬਾਉਲ ਹੈ। ਮੈਂ ਹਿੰਦੁਸਤਾਨ ਦਾ ਨਹੀਂ, ਮੈਂ ਏਸ਼ੀਆ ਦਾ ਕਹਿਣਾ, ਲੇਕਿਨ ਸਾਡੀ ਐਗਰੋ ਇਕੋਨਮੀ ਕਿੱਥੇ ਹੈ? ਉਹ ਇੱਕ ਲੋੜ ਹੈ। ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਮਾਰਕੇਬਾਜ਼ੀ ਦੀਆਂ, ਦਮਗਜੇ ਮਾਰਨੇ ਵੀ ਇੰਨੀ ਇਨਵੈਸਟਮੈਂਟ ਲਿਆ ਦਿਆਂਗੇ। ਲਿਆਓਗੇ ਕਾਹਦੇ ਵਿੱਚ? ਕਹਿੰਦੇ ਵੀ ਸਟੀਲ ਦੀ ਫੈਕਟਰੀ ਲੱਗ ਗਈ ਜੀ, ਮੋਟਰ ਫੈਕਟਰੀ ਲੱਗ ਗਈ। ਤੁਹਾਡੀ ਐਗਰੀ ਬੇਸ ਮੌਜੂਦ ਸੀ, ਤੁਸੀਂ ਇਹਨੂੰ ਐਕਸਪਲੋਇਟ ਹੀ ਨਹੀਂ ਕਰ ਸਕਦੇ। ਇਹ ਗੱਲ ਲਗਾਤਾਰ ਚੱਲੀ ਹੈ। ਅਮੁਲ ਇੰਨੇ ਕਾਮਯਾਬ ਕੋਆਪਰੇਟਿਵ ਹੋਈ ਹੈ, ਵੇਰਕਾ ਕਿਉਂ ਨਹੀਂ ਹੋ ਸਕੀ? ਇਹ ਸਰਕਾਰੀ ਅਦਾਰਾ ਕਿਉਂ ਹੈ ਹੁਣ ਤੱਕ? ਅਸੀਂ ਇਹਨੂੰ ਕਿਉਂ ਪ੍ਰੋਫੈਸ਼ਨਲੀ ਰਨ ਨਹੀਂ ਕਰ ਸਕੇ? ਇੱਥੇ ਹੁਣ ਅਮੁਲ ਆ ਕੇ ਪੰਜਾਬ 'ਚ ਫੈਕਟਰੀ ਲਾਉਣ, ਇਹ ਸਾਨੂੰ ਸੋਚਣਾ ਚਾਹੀਦਾ ਹੈ। ਗੱਲ ਸਿਰਫ ASI ਭਰਤੀ ਕਰਨ ਦੀ ਨਹੀਂ ਹੈ, ਓਵਰਆਲ ਜਿਹੜੀ ਸਾਡੀ ਸਿਸਟਮ ਹੈਗਾ ਉਹ ਕਿੱਥੇ ਖੜਾ ਆ ਕੇ। ਸੋ ਇਹ ਜਿਹੜੀ ਇਹਨਾਂ ਨੇ ਅੱਜ ਸੈਮੀਨਾਰ ਕੀਤਾ ਉਹਦੇ ਵਾਸਤੇ ਇਹ ਬਹੁਤ ਵਧੀਆ ਟੌਪਿਕ ਹੈ। ਇਹੋ ਜਿਹੇ ਜਿਹੜੇ ਇਸ਼ੂਜ਼ ਹੈਗੇ ਇਹੋ ਜਿਹੇ ਹੋਰ ਅੱਗੇ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਇਹ ਸਾਰੇ ਐਸਪੈਕਟਸ ਵੀ ਤੁਹਾਡੀ ਇਕੋਨਮੀ ਖੜੀ ਕਿੱਥੇ ਹੈ, ਤੇ ਪੋਲੀਟੀਕਲ ਜਿਹੜਾ ਵਿਜ਼ਨ ਹੈ ਸਾਡੇ ਰੂਲਿੰਗ ਲੀਡ ਦਾ, ਉਹ ਇਲੈਕਸ਼ਨ ਜਿੱਤਣ ਤੱਕ ਸੀਮਿਤ ਹੈ, ਇਸ ਤੋਂ ਬਾਅਦ ਕੁਛ ਨਹੀਂ ਹੈ ਜੀ। ਔਰ ਜਿਹੜੀ ਸਾਡੀ ਬਿਊਰੋਕ੍ਰੇਸੀ ਹੈ ਉਹ ਹੁਣ ਉਸੇ ਦਾਇਰੇ ਦੇ ਵਿੱਚ ਹੈ। ਮੈਂ ਹੁਣ ਉੱਥੇ ਆਉਣ ਲੱਗਿਆ। ਦਿੱਕਤ ਕੀ ਹੈ? ਅੱਗੇ ਤੁਹਾਡੇ ਪੰਜਾਬ ਦੇ ਬਿਊਰੋਕਰੈਟਸ ਕੁਛ ਪੰਜਾਬ ਤੋਂ ਹੁੰਦੇ ਸੀਗੇ, ਉਹਨਾਂ ਨੂੰ ਮਾੜਾ ਮੋਟਾ ਫਿਰ ਵੀ ਦਰਦ ਹੁੰਦਾ ਸੀ ਕਿ ਪੰਜਾਬ ਵਾਸਤੇ ਕੁਛ ਕੀਤਾ ਜਾ ਸਕਦਾ ਹੈ ਜੀ। ਹੁਣ ਪੰਜਾਬ ਦੇ ਮੁੰਡੇ ਨੇ ਤਾਂ ਪੜ੍ਹਨਾ ਬੰਦ ਕਰਤਾ। ਇਹ ਕਹਿੰਦੇ ਸੀ ਕੈਨੇਡਾ ਜਾ ਕੇ ਡਰਾਈਵਰੀ ਕਰਨੀ ਹੈ। ਇਹ ਨਹੀਂ ਕਿ ਇੱਥੇ ਕੱਲੀ ਸਿਰਫ ਬੇਰੁਜ਼ਗਾਰੀ ਦੀ ਗੱਲ ਹੈ। ਮੈਂ ਉਹ ਇੱਕ ਗੱਲ ਕਲੀਅਰ ਕਰਦੇ ਹਾਂ, ਜਿਹੜੀ ਇਹ ਇੰਪ੍ਰੈਸ਼ਨ ਹੈ ਕਿ ਬੇਰੁਜ਼ਗਾਰੀ ਕਰਕੇ ਯੂਥ ਜਾ ਰਿਹਾ ਸਿਰਫ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਲੱਗੇ ਵੇ ਲੋਕ, ਉਹ ਦੇਖੋ ਡਾਟਾ ਕਢਾਓ ਕਿੰਨੇ ਵਾਰ ਗਏ। ਉੱਥੇ ਜਾ ਕੇ ਪਹਿਲਾਂ ਸੇਬ ਤੋੜਦੇ ਰਹੇ ਹੈ, ਫਿਰ ਟੈਕਸੀ ਚਲਾਉਂਦੇ ਰਹੇ ਹੈ। ਪ੍ਰੋਫੈਸਰ ਲੈਵਲ ਦਾ ਬੰਦਾ ਜਾ ਕੇ ਨੌਕਰੀ ਰਿਜ਼ਾਈਨ ਕਰਕੇ ਆਸਟ੍ਰੇਲੀਆ ਜਾਂ ਕੈਨੇਡਾ ਜਾ ਕੇ ਟੈਕਸੀ ਚਲਾਵੇ, ਇਹ ਮੇਰੇ ਪੱਲੇ ਨਹੀਂ ਪੈਂਦੀ ਗੱਲ ਇਹ। ਔਰ ਤੁਸੀਂ ਡਾਟਾ ਚੱਕ ਲਓ ਪਿਆ ਸਾਰਾ। ਸੋ ਇਹ ਕਿਤੇ ਕੋਈ ਬਹੁਤ ਵੱਡੀ ਗੜਬੜ ਹੋਈ ਵੀ ਹੈ ਸਾਰੀ ਗੱਲ ਦੇ ਵਿੱਚ। ਉਹ ਸਿਚੁਏਸ਼ਨ ਰੈਕਟੀਫਾਈ ਕਰਨ ਵਾਲੀ ਹੈ, ਜਿਹੜੀ ਆਊਟਲੁੱਕ ਹੈ ਟੋਟਲ ਉਹ ਚੇਂਜ ਕਰਨ ਵਾਲੀ ਹੈ। ਹੁਣ ਜਿੰਨੇ ਤੁਹਾਡੇ ਕੰਪੀਟੀਸ਼ਨ ਉਹਦਾ ਨੀਟ ਲੈ ਲਓ, ਪੰਜਾਬ ਦੇ ਮੁੰਡੇ ਕਿੰਨੇ ਆਉਂਦੇ ਉਹਦੇ 'ਚ, NDA 'ਚ ਕਿੰਨੇ ਜਾਂਦੇ ਆ, UPSC 'ਚ ਕਿੰਨੇ ਜਾਂਦੇ ਆ, ਤੇ ਗੱਲ ਕਲੀਅਰ ਹੋ ਜਾਏਗੀ। ਐਵੇਂ ਆਪਾਂ ਇੱਕ ASI ਦਾ ਇਸ਼ੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਖੜੇ ਕਿੱਥੇ ਹਾਂ ਓਵਰਆਲ ਸਾਰੀ ਗੱਲ ਤੇ ਆ ਕੇ? ਸਾਨੂੰ ਅੰਦਰ ਵੀ ਝਾਤ ਮਾਰਨੀ ਚਾਹੀਦੀ ਹੈ। ਹੁਣ ਕੁਝ ਸੰਸਥਾਵਾਂ ਨੇ ਇਹ ਗੱਲ ਸ਼ੁਰੂ ਕੀਤੀ ਹੈ, ਇਹ ਕਹਿਣਾ
ਕੁਝ ਆਰਗੇਨਾਈਜੇਸ਼ਨ ਨੇ ਵੀ, ਸੰਸਥਾਵਾਂ ਛੱਡੋ, ਜਿਹੜੀ ਸੈਮੀ ਪੋਲੀਟੀਕਲ ਆਰਗੇਨਾਈਜੇਸ਼ਨ ਹੈਗੀਆਂ, ਉਹਨਾਂ ਨੇ ਮੁੰਡਿਆਂ ਨੂੰ ਕਹਿਣਾ ਸ਼ੁਰੂ ਕੀਤਾ, ਭਾਈ ਤੁਸੀਂ ਇਹ ਤੇ ਵੀ ਧਿਆਨ ਦਿਓ, ਫੋਕਸ ਕਰੋ ਕੁਛ। ਸੋ ਇਹ ਲਾਰਜਰ ਇਸ਼ੂ ਹੈ। ਅਸੀਂ ਖੁਦ ਇਸ ਸਿਚੁਏਸ਼ਨ ਵਾਸਤੇ ਕਾਫੀ ਹੱਦ ਤੱਕ ਜ਼ਿੰਮੇਦਾਰ ਹਾਂ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪਰ ਸਵਾਲ ਇਸ ਗੱਲ ਤੋਂ ਵੀ ਜ਼ਿਆਦਾ ਗੰਭੀਰ ਆ ਕਿ ਕੋਈ ਸਿਸਟਮ ਐਗਜ਼ਿਸਟ ਕਰਦਾ ਹੋਵੇ। ਜਦੋਂ ਸਾਡੇ ਲੋਕ ਇੱਥੋਂ ਡੀਐਸਪੀ ਪੱਧਰ ਦੀ ਨੌਕਰੀ ਛੱਡ ਕੇ ਬਾਹਰ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਟੈਕਸੀ ਚਲਾਉਂਦੇ ਨੇ, ਜਦੋਂ ਸਾਡੇ ਚੀਫ ਇੰਜੀਨੀਅਰ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਕੇ ਚਲੇ ਜਾਂਦੇ ਆ, ਸਾਡੇ ਬਹੁਤ ਸਾਰੇ ਟੀਚਰ ਜਿਹੜੇ ਐਕਸ ਇੰਡੀਆ ਲੀਵ ਤੇ ਗਏ ਕਿਉਂ ਨਹੀਂ ਮੁੜੇ, ਸਾਡੇ ਬਹੁਤ ਸਾਰੇ ਯੂਨੀਵਰਸਿਟੀਜ਼ ਤੇ ਪ੍ਰੋਫੈਸਰ ਹੁਣ ਵਿਦੇਸ਼ਾਂ 'ਚ ਜਾ ਕੇ ਬੈਠੇ ਹੋਏ ਆ ਤੇ ਕੋਈ ਨਾ ਕੋਈ ਕੰਮਕਾਜ ਕਰ ਰਹੇ ਨੇ। ਇਹਨਾਂ ਸਾਰਿਆਂ ਲਈ ਇੱਕ ਆਦਰਸ਼ਕ ਜੀਵਨ ਦਰਕਾਰ ਸੀ। ਇਹ ਸਾਰੇ ਸੁਪਨ ਸਾਜ ਸੀਗੇ ਬਹੁ ਗਿਣਤੀ। ਉਹਨਾਂ ਨੂੰ ਆਪਣੇ ਘਰ ਦੇ ਬਾਹਰਲੇ ਬੰਨੇ ਵੀ ਇੱਕ ਸਿਸਟਮ ਚਾਹੀਦਾ ਸੀਗਾ। ਜਿਹੜੀ ਖੂਬਸੂਰਤੀ ਉਹ ਨਿਹਾਰਦੇ ਨੇ, ਭਾਵੇਂ ਉਹਦੇ ਲਈ ਉਹਨਾਂ ਨੂੰ ਬਹੁਤ ਕੀਮਤ ਅਦਾ ਕਰਨੀ ਪੈ ਰਹੀ ਹੈ। ਸਭ ਤੋਂ ਜ਼ਿਆਦਾ ਇਸ ਦੌਰ ਦੀ ਮਹਿੰਗਾਈ ਕੈਨੇਡਾ ਦੇ ਵਿੱਚ ਗਏ ਸਾਡੇ ਲੋਕ ਝੱਲ ਰਹੇ ਆ। ਇਹ ਸਾਰੇ ਮਾਮਲੇ ਝੱਲ ਕੇ ਵੀ ਉਹ ਇਹ ਅਖਿਆਈ ਝੇਲ ਕੇ ਵੀ ਇਹ ਮਹਿਸੂਸ ਕਰਦੇ ਆ ਕਿ ਪੰਜਾਬ ਨਾਲੋਂ ਫਿਰ ਵੀ ਬਿਹਤਰ ਆ। ਪਹਿਲਾਂ ਉਹਨਾਂ ਨੂੰ ਹੇਰਵਾ ਮਾਰਦਾ ਸੀ, ਅੱਖਾਂ ਭਰਦੇ ਸੀ। ਹੁਣ ਮੈਨੂੰ ਲੱਗਦਾ ਕਿ ਜਿੰਨੀ ਕੁ ਉੱਥੇ ਭਾਈਚਾਰਾ ਬਣ ਗਿਆ, ਸਰਦਾਰ ਹਰਮੀਤ ਸਿੰਘ ਜੀ ਜਿੰਨੇ ਕੁ ਲੋਕ ਹੁਣ ਉੱਥੇ ਚਲੇ ਗਏ ਆ, ਹੁਣ ਸੱਥਾਂ ਮਹਿਫਲਾਂ ਉੱਥੇ ਹੁੰਦੀਆਂ, ਸੈਮੀਨਾਰ ਉੱਥੇ ਹੁੰਦੇ ਆ, ਸਾਹਿਤਕ ਮੇਲੇ ਉੱਥੇ ਲੱਗਦੇ ਆ, ਸਾਡੇ ਸਾਰੇ ਸਿੰਗਰ ਉੱਥੇ ਗਾ ਕੇ ਖੁਸ਼ ਆ। ਇੱਥੇ ਹੁਣ ਕੋਈ ਅਖਾੜਾ ਲਾ ਕੇ ਖੁਸ਼ ਨਹੀਂ। ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਬਹੁਤਿਆਂ ਨੇ ਆਪਣੇ ਪ੍ਰੋਗਰਾਮ ਬੁੱਕ ਕਰਨੇ ਛੱਡਤੇ ਇੱਥੇ। ਸੋ ਅਸੀਂ ਇੱਕ ਨਹੀਂ ਕਈ ਪਾਸਿਓਂ ਤੋਂ ਮਰੇ ਆ। ਓਵਰਆਲ ਪੰਜਾਬ ਦੀ ਜਿਹੜੀ ਇਹ ਹੁਣ ਦੀ ਜ਼ਿੰਦਗੀ ਆ, ਇਹਦੇ ਚ ਸਹਿਮ ਆ, ਡਰ ਆ, ਖੌਫ ਆ, ਲੜਾਈਆਂ ਵਾ, ਈਰਖਾ ਵਾ, ਸਿਆਸਤ ਆ, ਸਭ ਕੁਝ ਆ। ਜੇ ਕੁਝ ਮਿਸਿੰਗ ਹੈ ਉਹ ਲਾਈਫ ਮਿਸਿੰਗ ਹੈ। ਉਹ ਸੁਪਨਿਆਂ ਵਾਲੀ ਜ਼ਿੰਦਗੀ ਜਿਹੜੀ ਬੱਚੇ ਬਹੁਤ ਬਚਪਨ ਤੋਂ ਲੈਂਦੇ ਆ, ਉਹਦੇ ਵਿੱਚ ਕਾਫੀ ਮੈਨੂੰ ਲੱਗਦਾ ਕਿ ਜਿਹੜੀਆਂ 20 25 30 ਸਾਲ ਦੀਆਂ ਸਰਗਰਮੀਆਂ ਨੇ, ਉਹਦੇ ਵਿੱਚ ਖਾੜਕੂਵਾਦ ਦਾ ਜਿਹੜਾ ਅਤੋਵਾਦ ਦਾ ਬਾਕੀ ਸਾਰੇ ਦੌਰ, ਉਹ ਵੀ ਸਾਰੇ ਜ਼ਿੰਮੇਵਾਰ ਹੈ। ਇੱਕ ਆਖਰੀ ਟਿੱਪਣੀ ਤੁਹਾਡੀ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ EMPLOYE ਨੇ ਨਾ, ਚਾਹੇ ਉਹ ਅਫਸਰ ਨੇ ਚਾਹੇ EMPLOYE, ਉਹਨਾਂ ਚੋਂ ਮੈਜੋਰਟੀ ਓਵਰਵੈਲਮਿੰਗ ਵੱਡਾ ਹਿੱਸਾ ਇੱਥੋਂ ਵੀ ਪੈਨਸ਼ਨ ਲੈ ਕੇ, ਚਾਹੇ ਉਹ 20 ਸਾਲ ਕਰਕੇ ਗਿਆ ਪੈਨਸ਼ਨ ਲੈ ਕੇ, ਜਿੰਨੇ ਮਰਜੀ ਇੱਥੋਂ ਪੈਨਸ਼ਨ ਲੈ ਰਿਹਾ, ਉਹ ਪੈਨਸ਼ਨਰ ਹੈ, ਤਾਂ ਉਦੋਂ ਬਾਅਦ ਉੱਥੇ ਗਿਆ। ਇਮੀਡੀਏਟ ਨੌਕਰੀ ਛੱਡ ਕੇ ਬਹੁਤ ਘੱਟ ਲੋਕ ਨੇ ਜਿਹੜੇ ਪ੍ਰੀ ਮੈਚੁਰ 5 ਸਾਲ ਕਰਕੇ ਚਲੇ ਗਏ ਹੋਣ, 4 ਸਾਲ ਕਰਕੇ 10 ਸਾਲ ਨਹੀਂ ਚਲੇ ਗਏ। ਮੈਂ PAU ਦਾ ਡਾਟਾ ਦੇ ਰਿਹਾ, ਮੈਂ ਪ੍ਰੋਫੈਸਰ ਕਹਿ ਰਿਹਾ ਇਸੇ ਕਰਕੇ। ਹਾਂਜੀ, ਪ੍ਰੋਫੈਸਰ ਵੀ ਉਹ ਮੈਜੋਰਟੀ, ਜਦੋਂ ਡਾਟਾ ਆਪਾਂ ਉਹਨੂੰ ਕਰਾਂਗੇ ਮਿਲਾਂਗੇ, ਮੈਜੋਰਟੀ ਲੋਕ ਉਹ ਨੇ ਜਿਹੜੇ ਉਸ ਪੱਧਰ ਦੇ ਉੱਤੇ ਗਏ ਨੇ। ਤੁਸੀਂ ਆਪਾਂ ਬਾਅਦ ਚ ਚੈੱਕ ਕਰ ਸਕਦੇ ਆ ਉਹਨੂੰ ਜਦੋਂ ਵੀ। ਪਰ ਦੂਜੀ ਗੱਲ, ਮਤਲਬ ਮੈਂ ਤਾਂ ਇਹ ਕਹਿ ਰਿਹਾ ਸਗੋਂ ਕਿ ਇੱਥੋਂ ਵੀ ਤੁਸੀਂ ਪੈਨਸ਼ਨ ਲਓ, ਇੱਥੇ ਵੀ ਸਾਰਾ ਕੁਝ ਕਰੋ, ਜਵਾਕ ਪਹਿਲਾਂ ਉੱਥੇ ਸੈਟਲ ਕਰ ਦਿਓ ਭੇਜਣ ਲਈ, ਉਦੋਂ ਬਾਅਦ ਤੁਸੀਂ ਅਸੀਰਵਾਦ ਦੇਣ ਲਈ ਚਲੇ ਜਾਓ ਨਾਲ ਦੀ ਨਾਲ ਹੀ। ਤੇ ਉਹ ਸਾਰੇ ਮਾਮਲੇ 'ਚ ਇਹ ਇੱਕ ਸਾਡੇ ਇੰਟੈਲੀਜੈਂਸੀ ਦਾ ਐਸਕੇਪਿਸਟ ਰੂਟ ਵੀ ਹੈ। ਤਾਂ ਮਤਲਬ ਤੁਹਾਡੀ ਜ਼ਿੰਮੇਵਾਰੀ ਇੱਥੇ ਜ਼ਿਆਦਾ ਬਣਦੀ ਸੀ ਲੀਡਰਸ਼ਿਪ ਦੇਣ ਦੀ, ਇੰਟੈਲੈਕਚੁਅਲ ਲੀਡਰਸ਼ਿਪ ਦੇਣ ਦੀ, ਤੇ ਉਹ ਜੇ ਨਹੀਂ ਦਿੱਤੀ ਗਈ ਤਾਂ ਤੁਹਾਡੀ ਜ਼ਿੰਮੇਵਾਰੀ ਤੋਂ ਵੀ ਨਹੀਂ ਮੁਕਤ ਹੋ ਸਕਦੇ। ਇਹ ਕਹਿ ਕੇ ਕਿ ਮੇਰੇ ਲਈ ਤਾਂ ਮਾਹੌਲ ਨਹੀਂ ਸੀ। ਤੁਸੀਂ ਪ੍ਰਿਵਿਲੇਜਡ ਲੋਕ ਹੋ ਨਾ, ਜਿਹੜੇ ਇੱਥੇ ਜੰਮੇ ਪਲੇ, ਜਿਨ੍ਹਾਂ ਨੇ ਸਮਾਜ ਨੇ ਸਾਰੇ ਰੁਤਬੇ ਨਾਲ ਨਵਾਜਿਆ। ਜੇ ਉਹਦੇ ਬਾਵਜੂਦ ਤੁਸੀਂ ਸਟੈਂਡ ਨਹੀਂ ਲੈ ਰਹੇ ਇੱਥੇ ਖੜ ਕੇ, ਜਾਂ ਲੋਕਾਂ ਨੂੰ ਕਹਿ ਵੀ ਨਹੀਂ ਰਹੇ ਕਿ ਇਹ ਗੱਲ ਮਾੜੀ ਹੋ ਰਹੀ ਹੈ, ਤਾਂ ਫਿਰ ਇਹ ਕਿਹਦੇ ਜਿੰਮੇ, ਹੋਰ ਫਿਰ ਜਿੰਮੇ ਕਿਹਦੇ ਲੱਗੂਗੀ ਇਹ ਚੀਜ਼? ਬਿਊਰੋਕਰੇਟ, ਇੰਟੈਲੀਜੈਂਸੀ ਆ, ਪੋਲੀਟੀਸ਼ੀਅਨ, ਜਾਂ ਕੇਵਲ ਕਾਮਨ ਪੀਪਲ ਦੇ, ਜਿਹਦੇ ਵਿਚਾਰੇ ਦੀ ਕੋਈ ਦਿੱਕਤ ਹੀ ਨਹੀਂ ਹੈ ਕਿਤੇ ਨਾ ਕਿਤੇ। ਦੂਜੀ ਗੱਲ, ਜਿਹੜਾ ਸਾਡੇ UPSC ਦਾ IPS ਹੈ, IAS ਹੈ, 1984 ਤੋਂ ਬਾਅਦ ਕ੍ਰਾਈਟੇਰੀਆ ਚੇਂਜ ਹੋਇਆ। ਇੱਕ ਉਹਦਾ ਬਹੁਤ ਵੱਡਾ ਫੈਕਟਰ ਹੈ ਇਹ ਕਿ ਪੰਜਾਬ ਦੇ ਵਿੱਚ ਸਿੱਖ ਮੁੰਡੇ ਕੁੜੀਆਂ ਨੂੰ ਨਹੀਂ ਮਿਲ ਰਹੀ ਪੋਸਟਿੰਗ ਪੰਜਾਬ ਦੇ ਵਿੱਚ ਕਲੀਅਰ ਕਰਨ ਦੇ ਬਾਵਜੂਦ, ਬਹੁਤ ਘੱਟ ਮਿਲ ਰਹੀ ਹੈ। ਉਹ ਕ੍ਰਾਈਟੇਰੀਆ ਚੇਂਜ ਕੀ ਹੋਇਆ ਉਹ ਤੁਹਾਡੇ ਸਾਹਮਣੇ ਹੈ। ਇਹ ਉਹੋ ਜਿਹੀ ਫਾਰਮੂਲਾ ਜਿਵੇਂ JNU ਦਾ ਫਾਰਮੂਲਾ ਬਦਲ ਦਿੱਤਾ ਗਿਆ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਹਰ ਕਬੀਲੇ ਚੋਂ ਹਰ ਕਿਤੋਂ ਲੋਕ ਆ ਜਾਂਦੇ ਸੀ, ਬਹੁਤ ਨੇੜਲੇ ਇਧਰੋਂ ਉਧਰੋਂ। ਨਹੀਂ, ਹਮੇ ਥੋੜੀ ਜਿਹੀ ਕਰੈਕਸ਼ਨ, ਮੈਂ ਸਿਲੈਕਸ਼ਨ ਦੀ ਗੱਲ ਕਰ ਰਿਹਾ, ਇੱਥੋਂ ਮੁੰਡੇ ਸਿਲੈਕਟ ਹੀ ਨਹੀਂ ਹੁੰਦੇ, ਮੈਂ ਇਹ ਗੱਲ ਕਰ ਰਿਹਾ। ਹਾਂਜੀ, ਮੈਂ ਪਰ ਇਹਦੇ ਨਾਲ ਇੱਕ ਐਡੀਸ਼ਨ ਇਹ ਕਰ ਰਿਹਾ ਕਿ ਜਿਹੜੇ ਸਿਲੈਕਟ ਵੀ ਹੁੰਦੇ ਨੇ, ਉਹਦਾ ਕ੍ਰਾਈਟੇਰੀਆ ਕਿਵੇਂ ਬਦਲਿਆ ਗਿਆ, ਕਿਉਂ ਬਦਲਿਆ ਗਿਆ? ਉਹ ਤਾਂ ਇੱਕ ਡਿਜ਼ਾਈਨ, ਇੱਕ ਕ੍ਰਾਈਟੇਰੀਆ ਚ ਕਰਕੇ ਨਹੀਂ ਆ ਰਹੇ ਨਾ। ਤੇ ਉਹ ਵੱਖਰਾ ਇਸ਼ੂ ਹੈ। ਮੈਂ ਬੇਸਿਕ ਇਸ਼ੂ ਦੀ ਗੱਲ ਕਰ ਰਿਹਾ। ਨਹੀਂ, ਮੈਂ ਬੇਸਿਕ ਇਸ਼ੂ ਦੀ ਗੱਲ ਕਰ ਰਿਹਾ। ਮੁੰਡੇ ਪੜ੍ਹਦੇ ਹੀ ਨਹੀਂ, ਮੈਂ ਤਾਂ ਇਹ ਕਹਿ ਰਿਹਾ। ਨਹੀਂ ਜੀ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਪੂਰੀ ਤਰ੍ਹਾਂ। ਮੈਂ ਨਹੀਂ, ਲੇਕਿਨ ਮੈਂ ਨਹੀਂ, ਡਾਟਾ ਹੈ, ਦੇਖ ਲਓ ਕਿੰਨੇ ਆਉਂਦੇ ਆ। ਇੱਕ ਦੇਖ ਲਓ ਕਿੰਨੇ ਆਉਂਦੇ ਆ। ਬੜਾ ਹਜੇ ਵੀ ਜਿਹੜਾ ਮਿਡਲ ਕਲਾਸ ਹੈ, ਜਿਹੜਾ ਪ੍ਰੋਫੈਸਰਾਂ ਦਾ, ਡਾਕਟਰਾਂ ਦਾ, ਇੰਟੈਲੈਕਚੁਅਲ ਦਾ, ਪੋਲੀਟੀਸ਼ੀਅਨ ਦਾ ਸੈਕਸ਼ਨ ਹੈ, ਬਹੁਤ ਵੱਡਾ। ਇੰਡੀਆ ਛੋਟਾ, ਪੰਜਾਬ ਐਡਾ ਵੀ ਛੋਟਾ ਨਹੀਂ ਹੈ ਨਾ। ਉਹਨਾਂ ਦੇ ਜਵਾਕ ਪੜ੍ਹਦੇ ਨੇ,
ਕਰ ਰਹੇ ਨੇ ਸਾਰਾ ਕੁਝ। ਉਹ ਇੱਕ ਬਹੁਤ ਬੜਾ ਸਟੈਟ ਹੈ ਹੇਠਾਂ ਹੈ ਜਿਹੜਾ ਸਾਨੂੰ ਨਹੀਂ, ਮੈਂ ਕਹਿ ਰਿਹਾ ਤੁਸੀਂ ਸਟੱਡੀ ਕਰ ਲਓ ਪੰਜਾਬ 'ਚ ਕਿੰਨੇ ਆਉਂਦੇ ਆ ਇਸ ਵੇਲੇ ਕੰਪੈਰੀਟਿਵਲੀ। ਨਹੀਂ, ਗੱਲ ਪੂਰੀ ਕਰ ਲੈਣ ਦਿਓ ਨਾ। ਹਾਂ, ਉਹਦੇ ਚ ਗੱਲ ਕੇਵਲ ਇੰਨੀ ਹੈ, ਮੈਂ ਤਾਂ ਇਹ ਕਹਿੰਦਾ ਕਿ ਕਈ ਵਾਰ ਅਸੀਂ ਚੌਤਰਫਾ ਚੀਜ਼ ਨਹੀਂ ਦੇਖਦੇ, ਅਸੀਂ ਉਹ ਕ੍ਰਾਈਟੇਰੀਆ ਦੋਨਾਂ ਦਾ ਰੱਖ ਕੇ ਦੇਖ ਲਾਂਗੇ ਕਿੰਨੀ ਸਿਲੈਕਸ਼ਨ ਹੁੰਦੀ ਹੈ। ਬਿਊਰੋਕ੍ਰੇਸੀ ਚ ਕਦੇ ਗੱਲ ਕਰਕੇ ਰੀਅਲੀ ਬੈਠ ਕੇ ਦੇਖੋ ਕ੍ਰਾਈਟੇਰੀਆ ਬਦਲਦਾ ਕਿਵੇਂ, ਕਿਸ ਤਰੀਕੇ ਨਾਲ ਬਦਲਦਾ। ਕਈ ਪੰਜਾਬ ਵਾਲੇ ਜ਼ੋਰ ਲਾਉਂਦੇ ਨੇ ਪੰਜਾਬ ਕੇਡਰ, ਫਿਰ ਉਹ ਬਦਲਣ ਦੀ ਟਰਾਈ ਕਰਦੇ ਨੇ ਉੱਥੋਂ, ਤੇ ਫਿਰ ਵੀ ਉਸ ਪੱਧਰ ਦੇ ਉੱਤੇ ਨਹੀਂ ਆ ਰਿਹਾ। ਉਹ ਵੀ ਇੱਕ ਰੀਜਨ ਹੈ ਜਿਹਦੇ ਕਰਕੇ ਪੰਜਾਬ ਦੇ ਵਿੱਚ ਨਹੀਂ ਵੱਡੇ ਅਹੁਦਿਆਂ ਦੇ ਉੱਤੇ ਬੰਦੇ ਦਿਖਾਈ ਦੇ ਰਹੇ ਉਸ ਪੱਧਰ ਦੇ ਉੱਤੇ। ਔਰ ਇਹਦੇ ਨਾਲ ਦੀ ਨਾਲ ਇਹ ਵੀ ਹੈ ਇੱਕ ਸਾਡੇ ਸਾਹਮਣੇ ਇੱਕ ਗੱਲ ਓਵਰਆਲ ਪੰਜਾਬ ਦੇ ਫਨੋਮਨੇ ਦੇ ਵਿੱਚ ਸਭ ਤੋਂ ਵੱਡਾ ਕੁਐਸਚਨ ਹੈ ਹੋਪਲੈਸਨੈਸ, ਨਾ ਉਮੀਦੀ। ਸਾਡਾ ਕੋਈ ਪੋਲੀਟੀਸ਼ੀਅਨ ਉਮੀਦ ਨਹੀਂ ਦੇ ਰਿਹਾ ਪੰਜਾਬ ਦੇ ਲੋਕਾਂ ਦੇ ਸਾਹਮਣੇ। ਸਾਡੇ ਕੋਲ ਕੋਈ ਐਸਾ ਥਿਓਰੀਟੀਸ਼ੀਅਨ, ਕੋਈ ਐਸਾ ਇੰਟੈਲੈਕਚੁਅਲ ਵਿੰਗ ਹੋਵੇ ਜਿਹੜਾ ਹੋਪ ਦੇ ਰਿਹਾ ਹੋਵੇ, ਬਿਊਰੋਕ੍ਰੇਸੀ ਦੇ ਰਹੀ ਹੋਵੇ। ਕੇਵਲ ਹੋਪ ਆ। ਤੁਸੀਂ ਦੇਖੋ ਕਿਸਾਨ ਅੰਦੋਲਨ ਨੇ ਇੱਕ ਹੋਪ ਕ੍ਰੀਏਟ ਕੀਤੀ, ਵਿਦੇਸ਼ਾਂ ਤੋਂ ਆ ਸਾਲ ਇੱਥੇ ਬੈਠ ਗਏ ਲੋਕ, ਦਿੱਲੀ ਮੁੜ ਕੇ ਨਹੀਂ ਗਏ ਸਾਲ। ਕਿੰਨਿਆਂ ਨੇ, ਕੋਈ ਆਸਟ੍ਰੇਲੀਆ ਤੋਂ ਆਇਆ, ਕੋਈ ਅਮਰੀਕਾ ਤੋਂ ਆਇਆ, ਕੋਈ ਕੈਨੇਡਾ ਤੋਂ ਆਇਆ, ਸਾਲ ਗੁਜ਼ਾਰ ਗਏ। ਤੇ ਉਹ ਹੋਪ ਜਦੋਂ ਪੈਦਾ ਹੁੰਦੀ ਹੈ ਤਾਂ ਉਹ ਅਟਰੈਕਟ ਕਰਦੀ ਹੈ ਲੋਕਾਂ ਨੂੰ, ਉਹ ਚਾਰੇ ਪਾਸੇ ਅਟਰੈਕਟ ਕਰਦੀ ਹੈ, ਉਹਨੂੰ ਕੁਝ ਬਣਨ ਲਈ ਵੀ ਉਤਸ਼ਾਹਿਤ ਕਰਦੀ ਹੈ, ਉਹਦੇ ਫਿਊਚਰ ਲਈ ਵੀ ਉਹ ਯਕੀਨ ਦਿਵਾਉਂਦੀ ਹੈ, ਔਰ ਉਹਨੂੰ ਕੁਰਬਾਨੀ ਦੇ ਜਜ਼ਬੇ ਨਾਲ ਵੀ ਲੈਸ ਕਰਦੀ ਹੈ। ਉਹ ਜਿਹੜੀਆਂ ਓਵਰਆਲ ਚੀਜ਼ਾਂ ਨੇ ਨਾ, ਉਹ ਬਹੁਤ ਬੜੇ ਕੁਐਸਚਨ ਨੇ। ਹੋਪਲੈਸਨੈਸ ਤਾਂ ਆ ਰਹੀ ਹੈ ਕਿ ਸਾਡੇ ਇੰਟੈਲੈਕਟ ਦਾ ਲੈਵਲ ਪੋਲੀਟੀਸ਼ੀਅਨ ਦਾ ਸਾਡੇ ਸਾਹਮਣੇ ਹੈ, ਸਾਡੇ ਬਿਊਰੋਕਰੇਟ ਦੀ ਕਮਿਟਮੈਂਟ ਸਾਡੇ ਸਾਹਮਣੇ ਹੈ, ਸਾਡੇ ਨਾ ਕੇਵਲ ਤੀਜੀ ਕਲਾਸ ਇੰਟੈਲੈਕਚੁਅਲ ਸੈਕਸ਼ਨ ਦੀ ਜਿਹੜੀ ਇੱਕ ਪਬਲਿਕ ਇੰਟੈਲੈਕਚੁਅਲ ਦਾ ਕਨਸੈਪਟ ਹੈ ਦੁਨੀਆ ਦੇ ਵਿੱਚ, ਉਹ ਕਿਸ ਲੈਵਲ ਦੀ ਕਿੱਡੀਆਂ ਟੀਮਾਂ ਸਾਡੇ ਕੋਲ ਨੇ ਜਿਹੜੀਆਂ ਖੜ ਕੇ ਲੋਕਾਂ ਨੂੰ ਮੋਬਿਲਾਈਜ਼ ਕਰਦੀਆਂ ਹੋਣ ਉਸ ਪੱਧਰ ਦੇ ਉੱਤੇ, ਆਪਦਾ ਭਲਾ ਬੁਰਾ ਸੋਚੇ ਬਿਨਾ, ਤੇ ਉਹ ਕਿੱਡੀਆਂ ਟੀਮਾਂ ਨੇ ਸਾਡੇ ਕੋਲ। ਉਹ ਵੀ ਇੱਕ ਬਹੁਤ ਵੱਡੇ ਫੈਕਟਰ ਨੇ ਇਹ ਮੇਰਾ ਖਿਆਲ। ਔਰ ਕੱਲਾ ਇੱਕ ਚੀਜ਼ ਨਹੀਂ ਜ਼ਿੰਮੇਵਾਰ ਇਹਦੇ ਚ, ਇਹ ਜਿਹੜੀ ਐਲੀਟ ਕਿਸਮ ਦੀ ਕਲਾਸ ਹੈ ਓਵਰਆਲ, ਉਹ ਪੋਲਿਟਿਕਸ ਦੀ, ਬਿਊਰੋਕਰੇਟ ਦੀ, ਇੰਟੈਲੈਕਚੁਅਲ ਜਿਹਦੀ ਹੋਵੇ, ਇਹ ਜ਼ਿਆਦਾ ਜ਼ਿੰਮੇਵਾਰ ਹੈ। ਮੈਨੂੰ ਇਹ ਨਜ਼ਰ ਆ ਰਿਹਾ ਕਿ ਇਹਦੀ ਜ਼ਿਆਦਾ ਰੋਲ ਹੋਣਾ ਚਾਹੀਦਾ ਸੋਸਾਇਟੀ ਦੇ ਵਿੱਚ। ਹਾਂ, ਲੀਡਰਸ਼ਿਪ ਇਹਨਾਂ ਨੇ ਦੇਣੀ ਸੀ। ਜੇ ਸਫਲਤਾ ਹੋਈ ਹੈ, ਹਰ ਸ਼ੋਬੇ 'ਚ ਸਫਲ ਹੋਏ ਆ, ਇਹਦਾ ਮਤਲਬ ਹੈ ਕਿ ਉਸ ਸ਼ੋਬੇ ਨਾਲ ਜੁੜੇ, ਉਸ ਕਿੱਤੇ ਨਾਲ ਜੁੜੇ ਵੱਡੇ ਲੋਕ ਜ਼ਿੰਮੇਵਾਰ ਨੇ। ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮੇਂ ਸਿਰ ਉਹਨਾਂ ਨੇ ਮੈਂ ਥੋੜੀ ਜਿਹੀ ਐਡੀਸ਼ਨ ਕਰ ਦੇਣਾ, ਜ਼ਿਆਦਾ ਨਹੀਂ। ਸਾਡੇ ਨਾਲ ਹਰਿਆਣਾ ਹੈ, ਕੈਪੀਟਲ ਸ਼ੇਅਰ ਕਰਦੇ ਹਾਂ, ਉੱਥੇ ਅਨਪਲਾਇਮੈਂਟ ਰੇਟ ਸਾਡੇ ਨਾਲੋਂ ਜ਼ਿਆਦਾ ਹੈ ਇਸ ਵੇਲੇ। ਉੱਥੇ ਹਾਲਤ ਪੰਜਾਬ ਵਾਲੀ ਨਹੀਂ ਹੈ, ਮੈਂ ਇੰਨਾ ਹੀ ਕਹਿਣਾ ਸੀ। ਨਹੀਂ, ਉਹ ਠੀਕ ਹੈ ਤੁਹਾਡੀ ਗੱਲ, ਪਰ ਉਹਨਾਂ ਕੋਲ ਬੇਸ਼ੱਕ ਬੇਰੁਜ਼ਗਾਰੀ ਦਾ ਪੱਧਰ ਕੋਈ ਹੋਰ ਹੋ ਸਕਦਾ ਹੈ, ਪਰ ਜਿਸ ਤਰੀਕੇ ਨਾਲ ਦਿੱਲੀ ਦੇ ਐਡਜਾਇਨਿੰਗ ਉਹਨਾਂ ਨੇ ਗੁਰੂਗ੍ਰਾਮ ਦੇ, ਗੁੜਗਾਉਂ ਦੇ ਰੂਪ ਦੇ ਵਿੱਚ ਜਿਸ ਤਰੀਕੇ ਨਾਲ ਇੰਡਸਟਰੀ ਆਈ ਹੈ, ਔਰ ਜਿੱਦਾਂ ਉਹ ਵਿਕਾਸ ਹੋਇਆ ਉਹਦਾ, ਮੋਟੇ ਤੌਰ ਤੇ ਉਹਨਾਂ ਦੀ GST ਕਲੈਕਸ਼ਨ ਤੋਂ ਲੈ ਕੇ ਬਾਕੀ ਸਾਰਾ ਕੁਝ ਉਹਨਾਂ ਦਾ ਸਾਡੇ ਨਾਲੋਂ ਬਹੁਤ ਬਿਹਤਰ ਆ। ਉਹਨਾਂ ਕੋਲ ਵਾਧੂ ਪੈਸੇ ਨੇ ਇਨਫਰਾਸਟ੍ਰਕਚਰ ਤੇ ਲਾਉਣ ਲਈ, ਕੈਪੀਟਲ ਇਨਵੈਸਟਮੈਂਟ ਲਈ ਉਹਨਾਂ ਕੋਲ ਬਹੁਤ ਫालतू ਪੈਸੇ ਨੇ ਖਰਚਣ ਲਈ। ਕੇਂਦਰ ਉਹਨਾਂ ਨੂੰ ਮਦਦ ਵੀ ਗਾਏ ਬਗਾਏ ਕਰਦਾ ਡਬਲ ਇੰਜਨ ਦੀ ਸਰਕਾਰ ਕਰਕੇ। ਪੰਜਾਬ ਦਾ ਟਕਰਾਅ ਕੇਂਦਰ ਨਾਲ ਇਹ ਵੀ ਸ਼ਾਇਦ ਜ਼ਿੰਮੇਵਾਰ ਹੈ ਸਰਦਾਰ ਜਗਤਾਰ ਸਿੰਘ। ਨਹੀਂ, ਮੇਰੇ ਖਿਆਲ ਦੇ ਵਿੱਚ ਨਹੀਂ ਹੈ। ਮੈਂ ਲਗਾਤਾਰ ਕਹਿਣਾ ਹੁੰਦਾ ਕਿ ਸਭ ਤੋਂ ਜੋ 47 ਤੋਂ ਬਾਅਦ ਜਿਹੜੇ ਸਭ ਤੋਂ ਵੱਡੇ ਦੋ ਪ੍ਰੋਜੈਕਟ ਹੈ ਹਿੰਦੁਸਤਾਨ ਦੇ, ਉਹ ਪੰਜਾਬ ਕੋਲੇ ਆਏ ਸੀਗੇ, ਭਾਖੜਾ ਔਰ ਚੰਡੀਗੜ੍ਹ। ਇਹ ਵੀ ਦੇਖੋ ਨਾ ਤੁਸੀਂ ਲਗਾਤਾਰ। ਠੀਕ ਹੈ, ਸਿਚੁਏਸ਼ਨ ਬਾਅਦ ਦੇ ਵਿੱਚ ਚੇਂਜ ਹੁੰਦੀ ਗਈ, ਗੱਲ ਵੱਖਰੀ ਹੈਗੀ ਹੈ। ਫਰੀਦਾਬਾਦ ਪੰਜਾਬ ਦਾ ਹੀ ਹਿੱਸਾ ਸੀ ਕਿਸੇ ਵੇਲੇ ਜਦੋਂ ਡਿਵੈਲਪ ਹੋਇਆ ਹੈ। ਸੋ ਉਹ ਟਕਰਾਅ ਕਰਕੇ ਨਹੀਂ ਹੈ ਕਿ ਜੇ ਤੁਸੀਂ ਕੰਪੈਰੀਜ਼ਨ ਕਰੋਗੇ ਪੰਜਾਬ ਤੇ ਹਰਿਆਣੇ ਦਾ, ਤੇ ਕੋਈ ਬਹੁਤਾ ਫਰਕ ਤੁਹਾਨੂੰ ਗੁੜਗਾਉਂ ਵਗੈਰਾ ਦੇ ਵਿੱਚ ਜਿਹੜੀ ਇਨਵੈਸਟਮੈਂਟ ਆ ਉਹ ਮੇਨਲੀ ਪ੍ਰਾਈਵੇਟ ਹੈ ਜੀ, ਸਰਕਾਰੀ ਨਹੀਂ ਹੈ। ਅਸੀਂ ਸਰਕਾਰ ਵੱਲ ਕਿਉਂ ਦੇਖਦੇ ਕਿ ਉਹ ਪ੍ਰੋਜੈਕਟ ਆਵੇ? ਹੁਣ ਜਿਹੜੇ ਸਾਡੇ ਕੋਲ ਆਲਰੇਡੀ ਹੈਗੇ, ਸ਼ਾਹਪੁਰ ਕੰਡੀ ਕਿੱਥੇ ਖੜਾ ਹੈ? ਪਿਛਲੇ 30 ਸਾਲ ਤੋਂ 2 ਵਾਰ ਤੋਂ ਉਹਦਾ ਨੀਂਹ ਪੱਥਰ ਰੱਖਿਆ ਗਿਆ। ਅਸੀਂ ਆਪਣਾ ਵੀ ਸਿਸਟਮ ਦੇਖੀਏ ਨਾ। ਜਦੋਂ ਆਪਾਂ ਪਾਣੀ ਦੀ ਗੱਲ ਕਰਦੇ ਸੀ, ਕਿੰਨੀਆਂ ਨਹਿਰਾਂ ਬਣਾਈਆਂ ਪੰਜਾਬ ਦੇ ਵਿੱਚ, ਕਿੰਨਾ ਪਲਾਨ ਕੀਤਾ। ਨਹੀਂ, ਤੁਸੀਂ ਦੱਸੋ ਨਾ। ਕੱਲੇ ਟਕਰਾਅ ਦੀ ਗੱਲ ਨਾ ਕਰੋ। ਠੀਕ ਹੈ, ਜਦੋਂ ਪੰਜਾਬ ਦੇ ਵਿੱਚ ਮਿਲੀਟੈਂਸੀ ਸੀਗੀ, ਓਵਰਆਲ ਇੰਪੈਕਟ ਪਿਆ, ਬਿਲਕੁਲ ਪਿਆ, ਉਹ ਪੈਣਾ ਹੀ ਸੀਗਾ। ਉਹਦਾ ਅਸਰ ਬਿਲਕੁਲ ਹੋਇਆ। ਪ੍ਰਾਈਵੇਟ ਇਨਵੈਸਟਮੈਂਟ ਪਹਿਲਾਂ ਵੀ ਘੱਟ ਆਉਂਦੀ ਸੀਗੀ, ਉਹਨੇ ਬਿਲਕੁਲ ਜ਼ੀਰੋ ਕਰਤੀ ਜੀ। ਲੇਕਿਨ ਇਹ ਸਰਕਾਰਾਂ ਦੀ ਆਪਣੀ ਹਿੰਮਤ ਹੁੰਦੀ ਹੈ ਕਿ ਤੁਸੀਂ ਕੇਂਦਰ ਤੋਂ ਕਿੰਨੇ ਪ੍ਰੋਜੈਕਟ ਲੈ ਕੇ ਆਉਣੇ। ਨਹੀਂ, ਠੀਕ ਹੈ, ਪਰ 66 ਤੋਂ ਬਾਅਦ ਜੇ ਅੱਜ ਤੱਕ ਦਾ ਜੇ ਫੇਲੀਅਰ ਆ ਤਾਂ ਜ਼ਿੰਮੇਵਾਰੀ ਕਿਹਦੀ ਫਿਕਸ ਹੋਊਗੀ? ਮਤਲਬ ਸਰਕਾਰ ਤਾਂ ਬਜਾਤੇ ਖੁਦ ਕੁਝ ਵੀ ਨਹੀਂ ਹੁੰਦੀ, ਪਾਰਟੀਆਂ ਦੇ ਵਿੱਚ ਵਿਅਕਤੀਆਂ ਦੇ ਸਮੂਹ ਨੂੰ ਕਹਿੰਦੇ ਨਾ। ਤੇ ਮਤਲਬ ਲੀਡਰਸ਼ਿਪ ਦੀ ਅਣਹੋਂਦ ਹੈ ਜਾਂ ਲੀਡਰਸ਼ਿਪ ਦਾ ਜਿਹੜਾ
ਜੀ ਵਿਜ਼ਨ ਹੈ। ਪੰਜਾਬ ਦੇ ਵਿੱਚ ਇਹ ਕਮਿਟਡ ਲੀਡਰਸ਼ਿਪ ਦੀ ਅਣਹੋਂਦ ਲਗਾਤਾਰ ਆ ਰਹੀ ਹੈ, ਉਹਦੇ ਕਰਕੇ ਸਿਚੁਏਸ਼ਨ ਇੱਥੇ ਪਹੁੰਚੀ ਹੈ। ਆਖਰੀ ਟਿੱਪਣੀ ਸਰਦਾਰ ਹਰਮੀਤ ਸਿੰਘ ਜੀ। ਵੈਸੇ ਮੈਨੂੰ ਇਹ ਲੱਗਦਾ ਕਿ ਸਟੇਟਾਂ ਦਾ ਮੁਕਾਬਲਾ ਜਿਹੜਾ ਆਪਸ ਵਿੱਚ ਕੰਪੈਰੀਜ਼ਨ ਉਸ ਪੱਧਰ ਤੇ ਨਹੀਂ ਹੁੰਦਾ। ਜਿਹੜਾ ਸਾਡੇ ਲਿਵਿੰਗ ਸਟੈਂਡਰਡ ਹੈ ਹਰਿਆਣੇ ਦੇ ਪਿੰਡੂ ਖੇਤਰ ਦਾ ਤੇ ਪੰਜਾਬ ਦੇ ਪਿੰਡੂ ਖੇਤਰ ਦਾ, ਉਹ ਹੋਰ ਤਰ੍ਹਾਂ ਦਾ, ਉਹਦੇ ਚ ਵੀ ਬੜੀਆਂ ਡਿਸਪੈਰਿਟੀਜ਼ ਨਜ਼ਰ ਆਉਂਦੀਆਂ ਨੇ ਸਾਡੇ ਕੋਲ। ਖਰਚ ਦੇ ਤੌਰ ਤੇ ਜਿਸ ਢੰਗ ਨਾਲ ਪੰਜਾਬੀ ਖਰਚ ਕਰਦਾ ਵੱਖ-ਵੱਖ ਮਾਮਲਿਆਂ ਦੇ ਉੱਤੇ, ਉਹ ਕਿਸ ਢੰਗ ਨਾਲ, ਸ਼ਾਇਦ ਇਸੇ ਕਰਕੇ ਪੰਜਾਬੀ ਇੰਡੀਵਿਜੂਅਲ ਵੀ ਰਾਹ ਤਲਾਸ਼ ਕਰਦਾ ਜਾ ਕੇ, ਕਦੇ ਕੈਨੇਡਾ ਕਦੇ ਅਮਰੀਕਾ। ਉਹਦੇ ਪਿੱਛੇ ਰੀਜਨ ਵੀ ਨੇ ਡਾਇਨਾਮਿਕ ਸਟੇਟ ਦੇ ਤੌਰ ਤੇ, ਉਹ ਇੱਕ ਅਲੱਗ ਗੱਲਾਂ ਹੈਗੀਆਂ ਹੀ ਨੇ। ਚਲੋ ਜਿਹੋ ਜਿਹਾ ਵੀ ਦੇਖਿਆ ਜਾਈਏ, ਲੀਡਰਸ਼ਿਪ ਤਾਂ ਮੈਨੂੰ ਨਹੀਂ ਲੱਗਦਾ ਕਿ ਹਰਿਆਣੇ ਕੋਲ ਕੋਈ ਬਹੁਤ ਪਾਏ ਦੀ ਲੀਡਰਸ਼ਿਪ ਆ ਗਈ ਪਿਛਲੇ ਸਮੇਂ ਦੇ ਵਿੱਚ। ਕਿਹੜੇ ਕਿਸ ਲੈਵਲ ਦੀ ਲੀਡਰਸ਼ਿਪ ਜਿਹਨੇ ਕੋਈ ਪੋਲੀਟੀਕਲੀ ਆਈਡੀਓਲੋਜੀਕਲੀ ਕੋਈ ਨਵੀਂ ਗੱਲ ਕੀਤੀ ਹੋਵੇ, ਮੈਨੂੰ ਤਾਂ ਨਹੀਂ ਦਿਖਾਈ ਦਿੱਤੀ ਕਿ ਉਸ ਪੱਧਰ ਦੀ ਕੋਈ ਗੱਲ ਇਸ ਲੈਵਲ। ਮੈਂ ਵੀ ਤਾਂ ਇਹੀ ਕਹਿ ਰਿਹਾ ਸਰ, ਮੈਂ ਵੀ ਇਹੀ ਕਹਿ ਰਿਹਾ। ਕਈ ਵਾਰ ਕਿਤੇ ਨਾ ਕਿਤੇ ਹੋ ਜਾਂਦਾ ਹੈ, ਕਈ ਵਾਰ ਕਿਤੇ ਨਾ ਕਿਤੇ ਕੁਝ ਜੋਗ੍ਰਾਫੀਕਲ ਫਾਇਦੇ ਕਿਸੇ ਨੂੰ ਹੋ ਜਾਂਦੇ ਨੇ, ਕਿਸੇ ਨੂੰ ਟੈਂਪਰੇਰੀ ਹਾਲਾਤ ਦੇ ਹੋ ਜਾਂਦੇ ਨੇ। ਜਿਵੇਂ ਪੰਜਾਬ ਦੇ ਵਿੱਚ ਜਿਹੜੀ ਉਦੋਂ ਹਰੀ ਕ੍ਰਾਂਤੀ ਆਈ, ਜਿਹੜੀ ਪੰਜਾਬ ਦੇ ਦੋਨੋਂ ਪ੍ਰੋਜੈਕਟ ਨੈਸ਼ਨਲ ਪ੍ਰੋਜੈਕਟ ਇਸ ਕਰਕੇ ਆ ਕਿਉਂਕਿ ਨੇਸ਼ਨ ਦੀ ਨੀਡ ਸੀ, ਪੰਜਾਬ ਸਪੈਸੀਫਿਕ ਨਹੀਂ ਸੀ ਉਹ ਗੱਲ ਬੇਸਿਕਲੀ, ਔਰ ਨੈਸ਼ਨਲ ਨੀਡ ਚੋਂ ਭਾਖੜਾ ਆਇਆ ਤੇ ਉਸੇ ਸੈਟਅਪ ਦੇ ਵਿੱਚ ਵਿਚਰਿਆ। ਆ ਵੀ ਸ਼ਾਹਪੁਰ ਕੱਢੀ ਜੇ ਨਹੀਂ ਬਣ ਰਹੇ ਤਾਂ ਨੈਸ਼ਨਲ ਗਵਰਨਮੈਂਟ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਇਹ ਚ ਹੋਣੀ ਚਾਹੀਦੀ ਸੀ। ਉਹਨੇ ਬਣਾਉਣੇ ਨਾ, ਪੈਸੇ ਕਿਹਨੇ ਖਰਚਣੇ ਨੇ ਉਹਦੇ ਤੇ, ਪੰਜਾਬ ਨੇ ਥੋੜੀ ਖਰਚਣੇ ਨੇ। ਔਰ ਦੂਜੀ ਗੱਲ ਇਹਦੇ ਚ ਨਾਲ ਦੀ ਨਾਲ ਇਹ ਹੈ ਕਿ ਜਿਹੜਾ ਇਹ ਸੈਟਅਪ ਹੈ ਜਿਵੇਂ ਹਰਿਆਣੇ ਦੇ ਵਿੱਚ ਕਈ ਰਾਜ ਨੇ ਬੰਦਰਗਾਹਾਂ ਦੇ ਨੇੜੇ ਨੇ, ਉਹਨਾਂ ਨੂੰ ਫਾਇਦਾ ਮਿਲਦਾ ਉਸ ਚੀਜ਼ ਦਾ। ਹਰਿਆਣੇ ਨੂੰ ਮੇਨ ਨੈਸ਼ਨਲ ਕੈਪੀਟਲ ਦੇ ਨੇੜੇ ਹੋਣ ਦਾ ਫਾਇਦਾ ਮਿਲਦਾ। ਉਹ ਚੀਜ਼ਾਂ ਤਾਂ ਫਾਇਦੇਮੰਦ, ਉਹਨੂੰ ਤਾਂ ਤੁਸੀਂ ਕਿਤੋਂ ਪੱਟ ਕੇ ਲਿਜਾ ਨਹੀਂ ਸਕਦੇ ਇੱਕ ਦੂਜੇ ਤਰੀਕੇ ਦੇ ਨਾਲ। ਔਰ ਪੰਜਾਬ ਨੂੰ ਚੰਡੀਗੜ੍ਹ ਨਹੀਂ ਮਿਲਿਆ ਇੰਨੇ ਸਮੇਂ ਤੋਂ, ਇੰਨੇ ਸਾਲਾਂ ਤੋਂ, ਲਗਭਗ 43 ਸਾਲ ਹੋ ਗਏ। ਜਿਹੜਾ ਕੈਪੀਟਲ ਸਿਟੀ ਦੀ ਜਨਰੇਸ਼ਨ ਹੁੰਦੀ ਹੈ, ਕੈਪੀਟਲ ਜਨਰੇਸ਼ਨ, ਉਹ ਕਿੱਧਰ ਗਈ? ਤੇ ਉਹ ਤਾਂ ਮਿਲੇ ਨਹੀਂ ਰਹੀ। ਸਾਡੇ ਕੋਲ ਕੋਈ ਸਟੇਟ ਹੈ ਨਹੀਂ ਉਸ ਪੱਧਰ ਦਾ ਕੰਮ। ਉਹ ਸਾਰੀਆਂ ਚੀਜ਼ਾਂ ਰਲ ਕੇ ਹੈ। ਜਿੱਥੇ ਕਮਜ਼ੋਰੀਆਂ ਨੇ ਲੀਡਰਸ਼ਿਪ ਦੀਆਂ, ਉੱਥੇ ਇਹ ਜਿਹੜੀਆਂ ਸਾਡੇ ਸਾਹਮਣੇ ਕੁਝ ਚੀਜ਼ਾਂ ਹੈਗੀਆਂ ਨੇ ਜਿਹਨੂੰ ਨਾਲ ਲੈ ਕੇ ਜੇਕਰ ਓਵਰਆਲ ਰਿਸਰਚ ਕਰਨੀ ਹੋਵੇ ਤਾਂ ਉਹਦੇ ਬੜੇ ਹੋਰ ਕਾਰਨ ਵੀ ਨਾਲ ਦਿਖਾਈ ਦਿੰਦੇ ਨੇ। ਮੈਨੂੰ ਲੱਗਦਾ ਇਹ ਬਹਿਸ ਮੁੱਕਣ ਵਾਲੀ ਨਹੀਂ, ਬੜੇ ਵਧੀਆ ਬਹਿਸ ਹੈਗੀ ਹੈ, ਇਹ ਲੰਬੀ ਚੱਲ ਸਕਦੀ ਹੈ। ਆਪਾਂ ਇੱਥੇ ਬੰਦ ਕਰ ਦਿੰਦੇ, ਕੋਈ ਗੱਲ ਨਹੀਂ, ਇਹਨੂੰ ਆਪਾਂ ਕੰਟੀਨਿਊ ਕਰਾਂਗੇ, ਇਹਦੇ ਉੱਤੇ ਫਿਰ ਗੱਲ ਕਰਦੇ ਰਵਾਂਗੇ। ਕਾਇ ਪਕਾ ਕੇ 5-7 ਮਿੰਟ ਇਹੋ ਜਿਹੀਆਂ ਗੱਲਾਂ ਦੇ ਉੱਤੇ ਲੱਗਣੇ ਚਾਹੀਦੇ ਆ। ਮੈਨੂੰ ਲੱਗਦਾ ਇਸ਼ੂਜ਼ ਜਿਹੜੇ ਨਹੀਂ, ਮੈਂ ਲੋਕੇਸ਼ਨਲ ਫੈਕਟਰ ਤੇ ਮੈਂ ਲਾਸਟ ਕਮੈਂਟ ਕਰਦੇ ਹਾਂ। ਜੇ ਕਣਕ ਤਾਮਿਲਨਾਡੂ ਭੇਜੀ ਹੋਵੇ ਪੰਜਾਬ ਤੋਂ, ਤੇ ਉਧਰੋਂ ਆਸਟ੍ਰੇਲੀਆ ਤੋਂ ਸ਼ਿਪ ਮੰਗਾਉਣਾ ਹੋਵੇ ਕਣਕ ਦਾ, ਆਸਟ੍ਰੇਲੀਅਨ ਸ਼ਿਪ ਜਿਹੜੀ ਸ਼ਿਪਿੰਗ ਹੈ ਨਾ ਕਣਕ, ਉਹ ਸਸਤੀ ਪੈਂਦੀ ਹੈ ਪੰਜਾਬ ਦੀ ਕਣਕ ਉੱਥੇ ਭੇਜਣ ਨਾਲੋਂ। ਇਹ ਲੋਕੇਸ਼ਨਲ ਫੈਕਟਰ ਹੈ। ਪਰ ਸਰ ਲੋਕੇਸ਼ਨ ਦਾ ਇੱਕ ਹੋਰ ਫੈਕਟਰ ਵੀ ਹੈ ਨਾ, ਵੀ ਜੇ ਵਾਗੇ ਵਾਲਾ ਵਪਾਰ ਖੋਲਤਾ ਜਾਵੇ ਤਾਂ ਪੰਜਾਬ ਸਵਰਗ ਬਣ ਸਕਦਾ। ਜੇ ਖੁੱਲਾ ਬਣ ਸਕਦਾ। ਇਹ ਸਰਕਾਰਾਂ ਦੀ ਕਮਜ਼ੋਰੀ ਹੈ ਸਟੇਟਸ ਦੀ ਕਿ ਇਹ ਉਸ ਢੰਗ ਨਾਲ ਇਸ਼ੂ ਟੇਕ ਅਪ ਨਹੀਂ ਕਰਦੇ ਜਿੰਨੇ ਪ੍ਰੈਸ਼ਰ ਨਾਲ ਕਰਨਾ ਚਾਹੀਦਾ। ਇਹ ਡਰ ਜਾਂਦੇ ਆ ਕਿ ਜੀ ਅੱਤਵਾਦ ਆਜੂ ਜੀ, ਇਹ ਖੁਦ ਹੀ ਕਹਿਣ ਲੱਗ ਪੈਂਦੇ ਆ। ਇੱਥੇ ਰੌਲਾ ਇਹ ਹੈ, ਇਹ ਬਾਰਡਰ ਖੁੱਲਣੀ ਚਾਹੀਦੀ। ਦੋਵੇਂ ਪੰਜਾਬਾਂ ਦੇ ਲੋਕ ਚਾਹੁੰਦੇ ਆ ਕਿ ਬਾਰਡਰ ਛੇਤੀ ਤੋਂ ਛੇਤੀ ਖੁੱਲੇ। ਇਹ ਦੋਵਾਂ ਪੰਜਾਬਾਂ ਦੇ ਭਲੇ ਦੇ ਵਿੱਚ। ਆਪਾਂ ਖਾਲੇ ਤੋਤਾ ਰਟਨ ਨੇ ਜਿਹੜੇ ਕਹਿੰਦੇ ਆ ਜੀ ਅੱਛਾ ਇਹ ਤਾਂ ਸਿਕਿਉਰਿਟੀ ਇਸ਼ੂਜ਼ ਨੇ ਜੀ, ਇਹ ਕੈਪਟਨ ਸਾਹਿਬ ਵੀ ਕਹਿੰਦੇ ਰਹੇ, ਹੁਣ ਹੋਣ ਵਾਲੇ ਵੀ ਕਹੀ ਜਾਂਦੇ। ਇਹ ਤੋਤਾ ਰਟਨ ਮੁੱਕਦਾ ਨਹੀਂ ਨਾ ਜੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।